ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਰਾਹੀਂ ਜੋ ਸਾਨੂੰ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਜਪ ਜੀ ਸਾਹਿਬ ਇੱਕ ਦੋ ਜੀ ਭਉ ਲੱਖ ਹੋਵੈ, ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਜਪਜੀ ਸਾਹਿਬ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਹੈ, ਜਿਸ ਵਿੱਚੋਂ 32 ਨੰਬਰ ਪੌੜੀ ਦਾ ਪਾਠ ਅੱਜ ਆਪ ਜੀ ਨੇ ਸਰਵਨ ਕੀਤਾ। ਸਤਿਗੁਰੂ ਜੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਾਨੂੰ ਪਰਮੇਸ਼ਵਰ ਦੇ ਨਾਲ ਮਿਲਾਉਣ ਦਾ ਯਤਨ ਕਰਦੇ ਨੇ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ੍ਹਾਂ ਦਾ ਧੁਰ ਨਾਲ ਸੰਜੋਗ ਬਣਿਆ, ਉਹਨਾਂ ਨੂੰ ਸਤਿਗੁਰੂ ਨੇ ਪਰਮੇਸ਼ਵਰ ਨਾਲ ਮਿਲਾਇਆ। ਹੁਣ ਧੁਰ ਸੰਜੋਗ ਕੀ ਹੈ? ਜਿਹੜੀ ਇਹ ਅੰਮ੍ਰਿਤ ਬਾਣੀ ਦਿੱਤੀ ਹੈ, ਅਸੀਂ ਅੰਮ੍ਰਿਤ ਬਾਣੀ ਵਿੱਚੋਂ ਦੀ ਪੜ੍ਹਦੇ ਹਾਂ। ਹੁਣੇ ਵੀ ਆਪ ਜੀ ਨੇ ਸਰਵਨ ਕੀਤਾ, ਧੁਰ ਕੀ ਬਾਣੀ ਆਈ। ਇਹ ਜਿਹੜੀ ਧੁਰ ਕੀ ਬਾਣੀ ਹੈ, ਇਹ ਸਾਨੂੰ ਧੁਰ ਦੇ ਨਾਲ ਜੋੜਦੀ ਹੈ। ਇਹ ਸਾਨੂੰ ਉਸ ਨਿਰੰਕਾਰ ਵਾਹਿਗੁਰੂ ਜੀ ਦੇ ਨਾਲ ਜੋੜਦੀ ਹੈ। ਔਰ ਜਿਸ ਅੰਮ੍ਰਿਤਮਈ ਬਾਣੀ ਦੇ ਦੁਆਰਾ ਅਸੀਂ ਨਿਰੰਕਾਰ ਵਾਹਿਗੁਰੂ ਜੀ ਨਾਲ ਜੁੜਨਾ, ਸੰਸਾਰ ਵਿੱਚ ਰਹਿ ਕੇ ਅਸੀਂ ਨਿਰੰਕਾਰ ਨਾਲ ਜੁੜਨਾ, ਆਤਮਿਕ ਤਲ ਤੇ ਜੋ ਅਸੀਂ ਪਰਮੇਸ਼ਵਰ ਪ੍ਰਭੂ ਨੂੰ ਪਾਉਣਾ ਚਾਹੁੰਦੇ ਹਾਂ, ਉਹ ਗੁਰਬਾਣੀ ਦੇ ਆਸਰੇ ਹੀ ਪਾਇਆ ਜਾਂਦਾ ਹੈ। ਪਰ ਜਦੋਂ ਦੁਨੀਆ ਦੀ ਹਾਲਤ ਵੇਖੀ ਦੀ ਹੈ, ਜਾਂ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਦੁਨੀਆ ਦਾ ਮਾਹੌਲ, ਕਿ ਰੱਬ ਨੂੰ ਪਾਉਣ ਵਾਸਤੇ ਸਾਰੀ ਦੁਨੀਆ ਹੀ ਜਿਹੜੀ ਹੈ ਆਪਣੇ ਆਪਣੇ ਤਲ ਤੇ ਚੱਲ ਰਹੀ ਹੈ। ਕੋਈ ਕਿਸੇ ਤਰ੍ਹਾਂ ਦਾ ਕਰਮ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦਾ ਕਰਮ ਕਰ ਰਿਹਾ। ਜਿਵੇਂ ਕਿਸੇ ਨੂੰ ਦੱਸਿਆ ਗਿਆ, ਉਹ ਉਸੇ ਮਾਰਗ ਤੇ ਤੁਰ ਕੇ ਪਰਮੇਸ਼ਵਰ ਨੂੰ ਪਾਉਣਾ ਚਾਹੁੰਦਾ ਹੈ। ਤੇ ਬੜੀ ਵਾਰ ਆਪ ਜੀ ਦੇ ਨਾਲ ਸਾਂਝ ਪੈ ਚੁੱਕੀ ਹੈ ਕਿ ਗੁਰੂ ਸਾਹਿਬ, ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਗੱਲ ਜਿਹੜੀ ਹੈ ਉਹ ਮੁਕਾ ਦਿੱਤੀ। ਬਹੁਤੀ ਲੰਮੀ ਚੌੜੀ ਵਿਚਾਰ ਦੇ ਸਤਿਗੁਰੂ ਜੀ ਨੇ ਨਾ ਕਰਦਿਆਂ ਇੱਕ ਮੁੱਕਦੀ ਗੱਲ ਜਿਹੜੀ ਹੈ ਉਹ ਮੁਕਾ ਕੇ ਆਖਿਆ ਸੀ ਕਿ ਜਿੰਨੇ ਵੀ ਮੈਂ ਇਹ ਧਰਮ ਦੇ ਕਰਮ ਬਹਿਰੂਨੀ ਤਲ ਤੇ ਹੁੰਦਿਆਂ ਵੇਖ ਰਿਹਾ, ਸਾਰੇ ਹੀ ਰੱਬ ਨੂੰ ਮਿਲਣ ਵਾਸਤੇ ਨੇ। ਪਰ ਹੈਰਾਨੀ ਇਸ ਗੱਲ ਦੀ ਹੈ ਵੀ ਜਿਹਨੂੰ ਮਿਲਣ ਲਈ ਕਰਮ ਹੋ ਰਿਹਾ ਹੈ, ਉਹਨੂੰ ਅਸੀਂ ਜਾਣਦੇ ਤੱਕ ਨਹੀਂ।
ਉਹਦਾ ਸਾਨੂੰ ਭੇਦ ਤੱਕ ਨਹੀਂ ਪਤਾ। ਜਿੰਨੇ ਵੀ ਕਰਮ ਹੋ ਰਹੇ ਨੇ ਇਹਨਾਂ ਵਿੱਚੋਂ ਦੀ ਸੱਚ ਇਹ ਹੈ ਕਿ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਤੇ ਜਿੰਨਾ ਚਿਰ ਉਹਦਾ ਭੇਦ ਨਹੀਂ ਪਾਵਾਂਗੇ ਤੇ ਅਸੀਂ ਉਹਦੇ ਨਾਲ ਮਿਲਾਪ ਕਿਵੇਂ ਹੋਏਗਾ। ਜਿੰਨਾ ਚਿਰ ਸਾਨੂੰ ਉਹਦੀ ਹੋਂਦ ਦੀ ਵੀ ਸਮਝ ਨਹੀਂ ਆਏਗੀ ਉਨਾ ਚਿਰ ਅਸੀਂ ਉਹਦੇ ਨਾਲ ਮਿਲਾਪ ਕਿਵੇਂ ਕਰ ਸਕਦੇ ਹਾਂ। ਸਾਨੂੰ ਜੇ ਅਸੀਂ ਕਿਸੇ ਸ਼ਹਿਰ ਦੇ ਵਿੱਚ ਪਹੁੰਚਣਾ ਤਾਂ ਸਾਨੂੰ ਪਹਿਲਾਂ ਇਹ ਭੇਦ ਜਾਣਨਾ ਪਏਗਾ ਵੀ ਉਸ ਸ਼ਹਿਰ ਤੱਕ ਪਹੁੰਚਣ ਲਈ ਕਿਹੜਾ ਰਸਤਾ ਜਾਂਦਾ ਹੈ। ਤੇ ਜੇ ਸਾਨੂੰ ਉਹਦੀ ਸਮਝ ਨਹੀਂ ਹੋਏਗੀ, ਹੋ ਸਕਦਾ ਜਾਣਾ ਪੂਰਬ ਨੂੰ ਹੋਵੇ ਤੇ ਚਲੇ ਪੱਛਮ ਨੂੰ ਜਾਈਏ। ਜਾਣਾ ਹੋਵੇ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਤੇ ਚਲੇ ਜਾਈਏ ਦਿੱਲੀ ਵਾਲੇ ਰਸਤੇ ਨੂੰ। ਤੇ ਜਦੋਂ ਅਸੀਂ ਤੁਰੇ ਜਾਵਾਂਗੇ, ਜਾਂਦਿਆਂ ਜਾਂਦਿਆਂ ਅਸੀਂ ਬਹੁਤ ਲੰਬੇਰਾ ਸਫ਼ਰ ਕਰਨ ਤੋਂ ਬਾਅਦ ਕਿਸੇ ਨੂੰ ਪੁੱਛਾਂਗੇ ਵੀ ਅੰਮ੍ਰਿਤਸਰ ਸਾਹਿਬ ਨੂੰ ਜਾਣਾ, ਉਹਨਾਂ ਆਖਣਾ ਵੀ ਜਿਸ ਰਾਹ ਤੁਸੀਂ ਆ ਰਹੇ ਹੋ ਉਸ ਮੁਤਾਬਕ ਤੇ ਉਹ ਬੜਾ ਪਿੱਛੇ ਰਹਿ ਗਿਆ। ਤੁਸੀਂ ਤੇ ਬਹੁਤ ਜਿਹੜਾ ਅਗਾਂਹ ਲੰਘ ਆਏ, ਤੁਹਾਨੂੰ ਰਸਤਾ ਜਿਹੜਾ ਹੈ ਉਹ ਤੁਸੀਂ ਗਲਤ ਰਸਤੇ ਪੈ ਗਏ। ਇਹ ਰਸਤਾ ਜਿਹੜਾ ਹੈ ਉਸ ਪਾਸੇ ਨੂੰ ਨਹੀਂ ਜਾਂਦਾ ਜਿਸ ਪਾਸੇ ਤੁਸੀਂ ਸੋਚ ਕੇ ਤੁਰੇ ਹੋ। ਗਲਤ ਰਸਤੇ ਪੈ ਗਏ। ਉੱਥੋਂ ਫਿਰ ਜਿੱਥੇ ਸਾਨੂੰ ਪਤਾ ਲੱਗਾ ਉੱਥੋਂ ਕੀ ਹੋਏਗਾ, ਉੱਥੋਂ ਵਾਪਸ ਮੁੜਨਾ ਪਏਗਾ। ਜਿੱਥੋਂ ਹੀ ਪਤਾ ਲੱਗੇਗਾ ਉੱਥੋਂ ਹੀ ਸਾਨੂੰ ਵਾਪਸ ਮੁੜਨਾ ਪਏਗਾ। ਨਹੀਂ ਪਤਾ ਲੱਗਾ ਤੇ ਤੁਰੇ ਜਾ ਰਹੇ ਸੀ, ਨਹੀਂ ਸਮਝ ਆਈ ਤੇ ਤੁਰੇ ਜਾ ਰਹੇ ਸੀ। ਬਸ ਇਹੀ ਹਾਲਤ ਸਾਡੀ ਹੈ ਕਿ ਸਾਨੂੰ ਧਰਮ ਦੇ ਨਾਮ ਤੇ ਕਰਮ ਇੰਨੇ ਜ਼ਿਆਦਾ ਕਰਵਾਉਣ ਵਾਸਤੇ ਪ੍ਰੇਰਿਆ ਗਿਆ ਤੇ ਇਹੀ ਆਖਿਆ ਗਿਆ ਵੀ ਆਹ ਕਰਮ ਜੇ ਤੁਸੀਂ ਕਰੋਗੇ ਤੇ ਤੁਸੀਂ ਰੱਬ ਨੂੰ ਪਾ ਲਓਗੇ, ਤੁਸੀਂ ਉਸ ਪਰਮੇਸ਼ਵਰ ਨੂੰ ਪਾ ਲਓਗੇ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਮੈਂ ਤੁਹਾਨੂੰ ਹੋਰ ਭਰਮ ਦੇ ਵਿੱਚ ਨਹੀਂ ਪਾਉਣਾ ਚਾਹੁੰਦਾ, ਮੈਂ ਤੁਹਾਨੂੰ ਹੋਰ ਭੁੱਲਿਆਂ ਨੂੰ ਭਟਕਾਉਣਾ ਨਹੀਂ ਚਾਹੁੰਦਾ, ਸਗੋਂ ਜਿੱਥੇ ਤੱਕ ਭੁੱਲੇ ਭਟਕੇ ਤੁਸੀਂ ਪਹੁੰਚੇ ਹੋ ਮੈਂ ਤੁਹਾਨੂੰ ਉੱਥੋਂ ਹੀ ਮੋੜ ਲੈਣਾ ਚਾਹੁੰਦਾ। ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਕੀਤਾ ਹੈ ਕਿ ਉਲਟੀ ਗੰਗ ਵਹਾਇਨ। ਉਲਟੀ ਗੰਗ ਦਾ, ਗੰਗਾ ਜਿਹੜੀ ਹੈ ਉਹ ਤੇ ਸਦੀ ਵਹਿ ਰਹੀ ਹੈ। ਉਲਟੀ ਗੰਗ ਦਾ ਮਤਲਬ ਹੈ ਵੀ ਜਿਹੜੇ ਲੋਕ ਧਰਮ ਦੇ ਨਾਮ ਤੇ ਜਿਸ ਰਾਹਾਂ ਉੱਤੇ ਤੁਰ ਰਹੇ ਨੇ ਉਹਨਾਂ ਨੂੰ ਮੈਂ ਵਾਪਸ ਮੋੜਨਾ ਹੈ ਤਾਂ ਕਿ ਉਹ ਆਪਣੀ ਮੰਜ਼ਿਲ ਤੇ ਪਹੁੰਚ ਸਕਣ, ਉਹ ਆਪਣੇ ਮੁਕਾਮ ਤੇ ਪਹੁੰਚ ਸਕਣ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਤਿਗੁਰੂ ਨੇ ਭੁੱਲਿਆਂ ਨੂੰ ਮਾਰਗ ਤੇ ਪਾਉਣ ਵਾਸਤੇ ਇਹ ਸਾਨੂੰ ਰੱਬੀ ਬਾਣੀ ਦਾ ਖਜ਼ਾਨਾ ਦਿੱਤਾ ਹੈ ਤਾਂ ਕਿ ਇਸ ਬਾਣੀ ਦੇ ਆਸਰੇ ਤੁਸੀਂ ਉਸ ਮਾਰਗ ਤੇ ਤੁਰੋ ਜਿੱਥੇ ਤੁਸੀਂ ਆਪਣੇ ਮੁਕਾਮ ਤੇ ਪਹੁੰਚ ਸਕੋ, ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕੋ ਔਰ ਬੜੇ ਸੁਖਾਲੇ ਤਰੀਕੇ ਨਾਲ। ਤੁਹਾਨੂੰ ਉੱਥੇ ਕੋਈ ਕਸ਼ਟ ਸਹਿਣ ਦੀ ਲੋੜ ਨਹੀਂ। ਸਭ ਕਹਿੰਦੇ ਜਿਸ ਮਾਰਗ ਤੇ ਤੁਹਾਨੂੰ ਤੋਰਨਾ ਉੱਥੇ ਤੁਹਾਨੂੰ ਭੁੱਖੇ ਰਹਿਣ ਦੀ ਵੀ ਲੋੜ ਨਹੀਂ, ਉੱਥੇ ਤੁਹਾਨੂੰ ਬਹੁਤਾ ਜਿਹੜਾ ਉਹ ਚੁੱਪ ਕਰਕੇ ਮੌਨ ਧਾਰ ਕੇ ਰਹਿਣ ਦੀ ਵੀ ਲੋੜ ਨਹੀਂ। ਉੱਥੇ ਸਾਹਿਬ ਜੀ ਕਹਿੰਦੇ ਆ ਵੀ ਤੁਹਾਨੂੰ ਪੁੱਠਾ ਲਟਕਣ ਦੀ ਵੀ ਲੋੜ ਨਹੀਂ, ਕੰਨਾਂ 'ਚ ਮੁੰਦਰਾਂ ਪਾਉਣ ਦੀ ਵੀ ਲੋੜ ਨਹੀਂ। ਜਿਹੜੇ ਜਿਹੜੇ ਰਾਹ ਤੁਸੀਂ ਤੁਰੇ ਹੋ ਉਹ ਰਸਤਿਆਂ ਦੀ ਜਾਣਕਾਰੀ ਦਿਵਾਉਂਦਿਆਂ ਹੋਇਆਂ ਸਤਿਗੁਰੂ ਜੀ ਵਾਪਸ ਮੋੜਦੇ ਨੇ ਕਿ ਤੂੰ ਜਾਣਾ ਕਿਤੇ ਹੈ ਤੇ ਤੁਰਿਆ ਕਿਤੇ ਫਿਰਦਾ ਹੈ। ਅਸੀਂ ਮਿਲਣਾ ਰੱਬ ਨੂੰ ਹੈ ਪਰ ਤੁਰੇ ਅਸੀਂ ਮੜੀਆਂ ਤੇ ਮਸਾਣਾਂ 'ਚ ਹੋਏ ਹਾਂ ਤੇ ਮੜੀਆਂ ਤੇ ਮਸਾਣਾਂ ਦੇ ਵਿੱਚੋਂ ਕਦੇ ਰੱਬ ਨਹੀਂ ਜੇ ਮਿਲਦਾ। ਪਰ ਸਾਨੂੰ ਦੱਸਿਆ ਗਿਆ ਕਿ ਜੇ ਤੂੰ ਮੜੀ ਤੇ ਮਸਾਣ ਤੇ ਜਾਏਗਾ, ਆਹ ਕਰਮ ਕਰੇਗਾ ਤੇ ਤੈਨੂੰ ਰੱਬ ਮਿਲੇਗਾ। ਸਾਨੂੰ ਦੱਸਿਆ ਹੀ ਉਸ ਢੰਗ ਦੇ ਨਾਲ ਗਿਆ, ਅਸੀਂ ਉਹ ਰਸਤਾ ਛੱਡਣਾ ਨਹੀਂ ਚਾਹੁੰਦੇ। ਸਭ ਕਹਿੰਦੇ ਜਿਸ ਮਾਰਗ ਤੇ ਮੈਂ ਤੈਨੂੰ ਤੋਰ ਕੇ ਪਰਮੇਸ਼ਵਰ ਨਾਲ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਮੈਂ ਤੈਨੂੰ ਉਸ ਨਾਲ ਮਿਲਾਉਣਾ ਚਾਹੁੰਦਾ ਜਿਹਦੇ ਨਾਲੋਂ ਤੂੰ ਵਿਛੜਿਆ ਹੋਇਆ ਹੈ, ਪਰ ਤੈਨੂੰ ਉਹ ਕਰਨਾ ਪਏਗਾ ਜਿਵੇਂ ਮੈਂ ਤੈਨੂੰ ਆਖਦਾ ਔਰ ਤੇਰੇ ਭਲੇ ਵਾਸਤੇ ਹੈ, ਤੇਰੇ ਨੁਕਸਾਨ ਵਾਸਤੇ ਨਹੀਂ।
ਜੋ ਗੁਰ ਕਹੈ ਸੋਈ ਭਲ ਮਨ। ਜੋ ਗੁਰੂ ਸਾਹਿਬ ਕਹਿੰਦੇ ਆ ਸਾਡੇ ਭਲੇ ਵਾਸਤੇ ਕਹਿੰਦੇ ਆ, ਕਿਉਂਕਿ ਅਸੀਂ ਪਹਿਲਾਂ ਹੀ ਬੜੇ ਭਟਕ ਚੁੱਕੇ ਹਾਂ, ਬੜੇ ਹੀ ਗੁੰਮਰਾਹ ਹੋ ਚੁੱਕੇ ਹਾਂ, ਔਰ ਕਈ ਜਨਮਾਂ ਦਾ ਆਤਮਿਕ ਤਲ ਤੇ ਦੁੱਖ ਲੈ ਕੇ ਤੁਰੇ ਫਿਰਦੇ ਹਾਂ, ਪਰ ਨਹੀਂ, ਇਹਦਾ ਵੀ ਸਾਨੂੰ ਭੇਦ ਨਹੀਂ ਪਤਾ। ਨਾ ਭੇਦ ਪਤਾ ਹੋਣ ਕਰਕੇ ਅਸੀਂ ਸਰੀਰ ਦਾ ਹੀ ਦੁੱਖੜਾ ਸੁਣਾਈ ਜਾਂਦੇ ਹਾਂ। ਜਿਹਨੂੰ ਤੁਸੀਂ ਮਰਜ਼ੀ ਮਿਲ ਲਓ, ਉਹ ਤੁਹਾਨੂੰ ਸਰੀਰ ਦਾ, ਜੀਵਨ ਦਾ ਦੁੱਖੜਾ ਹੀ ਸੁਣਾਏਗਾ। ਕੋਈ ਵਿਰਲਾ ਹੈ ਜਿਹੜਾ ਆਪਣੇ ਆਤਮਿਕ ਜੀਵਨ ਦਾ ਦੁੱਖੜਾ ਸੁਣਾਏਗਾ। ਅਸੀਂ ਇੱਥੇ ਆਪਣੇ ਆਤਮਿਕ ਜੀਵਨ ਦਾ ਦੁੱਖੜਾ ਲੈ ਕੇ ਆਏ ਸੀ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦੈ ਦਿਸ਼ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਮੈਨੂੰ ਕਿਸੇ ਨੇ ਦੱਸਿਆ ਸੀ ਪੂਰਬ ਨੂੰ ਜਾ, ਮੈਂ ਜਾ ਕੇ ਥੱਕ ਕੇ ਮੁੜ ਆਇਆ। ਕਿਸੇ ਨੇ ਆਖਿਆ ਪੱਛਮ ਨੂੰ ਜਾ, ਮੈਂ ਜਾ ਕੇ ਥੱਕ ਕੇ ਮੁੜ ਆਇਆ। ਕਿਸੇ ਨੇ ਆਖਿਆ ਉੱਤਰ ਵਾਲੇ ਪਾਸੇ, ਕਿਸੇ ਆਖਿਆ ਦੱਖਣ ਵਾਲੇ ਪਾਸੇ, ਕਿਸੇ ਆਖਿਆ ਤੂੰ ਵਰਤ ਰੱਖ, ਕਿਸੇ ਆਖਿਆ ਤੂੰ ਗ੍ਰਸਤ ਤਿਆਗ ਦੇ, ਧੀਆਂ ਪੁੱਤਰ ਤਿਆਗ, ਬੜਾ ਕੁਛ ਕੀਤਾ। ਚਾਰ ਕੁੰਟ ਦਹਿ ਦਿਸ਼ ਭ੍ਰਮੇ, ਮੈਂ ਚਾਰ ਜਿਹੜੀਆਂ ਚਾਰ ਦਿਸ਼ਾਵਾਂ ਨੇ, ਉਹਨਾਂ ਦੇ ਅੱਗੋਂ ਚਾਰ ਜਿਹੜੇ ਕੋਨੇ ਨੇ, ਮੈਂ ਉੱਥੇ ਵੀ ਜਾ ਆਇਆ। ਮੈਂ ਧਰਤੀ ਤੇ ਆਸਮਾਨ ਤੇ ਇਹ ਵੀ ਖੋਜ ਕਰਕੇ ਵੇਖ ਲਈ, ਪਰ ਥੱਕ ਆਏ ਪ੍ਰਭ ਕੀ ਸਾ। ਮੈਂ ਥੱਕ ਕੇ ਹਾਰ ਕੇ ਤੁਹਾਡੇ ਦਰ ਤੇ ਹੀ ਆਇਆ, ਕਿਉਂਕਿ ਮੈਂ ਹੁਣ ਤੱਕ ਭਟਕਦਾ ਰਿਹਾ। ਇਸ ਲਈ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਆਹ ਦੁੱਖ ਲੈ ਕੇ ਅਸੀਂ ਆਏ ਤੇ ਸਤਿਗੁਰੂ ਕਹਿੰਦੇ ਫਿਰ ਤੈਨੂੰ ਇੱਥੇ ਹੋਰ ਭਰਮ ਜਾਲ 'ਚ ਨਹੀਂ ਪਾਇਆ ਜਾਏਗਾ, ਸਗੋਂ ਭਰਮ ਜਾਲ ਵਿੱਚ ਤੈਨੂੰ ਕੱਢਿਆ ਜਾਏਗਾ, ਪਰ ਤੂੰ ਨਿਕਲਣ ਲਈ ਤਿਆਰ ਹੋਵੀਂ। ਹੁਣ ਕੋਈ ਚਿੱਕੜ ਦੇ ਵਿੱਚ ਡਿੱਗਾ ਹੋਵੇ ਤੇ ਉਹ ਤਾਂ ਹੀ ਅਸੀਂ ਉਹਨੂੰ ਕੱਢ ਸਕਦੇ ਹਾਂ ਜੇ ਉਹ ਆਪ ਤਿਆਰ ਹੋਵੇ ਨਿਕਲਣ ਲਈ। ਅਸੀਂ ਯਤਨ ਕਰੀ ਜਾਈਏ ਉਹਨੂੰ ਕੱਢਣ ਵਾਸਤੇ, ਪਰ ਉਹ ਆਪ ਨਿਕਲਣ ਲਈ ਤਿਆਰ ਨਾ ਹੋਵੇ, ਫਿਰ ਗੱਲ ਔਖੀ ਹੈ। ਸਾਹਿਬ ਜੀ ਕਹਿੰਦੇ ਜਿਸ ਮਾਰਗ ਤੇ ਮੈਂ ਤੈਨੂੰ ਤੋਰਨਾ, ਉੱਥੇ ਦੁਬਿਧਾ ਨਹੀਂ ਮੈਨੂੰ ਚਾਹੀਦੀ, ਉੱਥੇ ਦੁਬਿਧਾ ਦੁਚਿੱਤਾਪਨ ਨਹੀਂ ਚਾਹੀਦਾ ਵੀ ਚਲੋ ਕੋਈ ਨਹੀਂ ਬਾਣੀ ਵੀ ਪੜ੍ਹ ਲਈਏ ਤੇ ਮੜੀਆਂ ਤੇ ਵੀ ਜਾਈਏ, ਨਿਤਨੇਮ ਵੀ ਕਰ ਲਈਏ ਤੇ ਮਸਾਣਾ ਤੇ ਵੀ ਜਾਈਏ, ਨਿਤਨੇਮ ਵੀ ਆਪਾਂ ਕਰ ਲਈਏ ਤੇ ਜਾ ਕੇ ਕਿਸੇ ਦੇਹਧਾਰੀ ਦੇ ਚਰਨਾਂ ਦੇ ਵਿੱਚ ਵੀ ਆਪਾਂ ਜਿਹੜੇ ਆ ਮੱਥਾ ਟੇਕ ਆਈਏ। ਅਸੀਂ ਨਿਤਨੇਮ ਵੀ ਕਰ ਲਈਏ ਤੇ ਜਾ ਕੇ ਕਿਸੇ ਦਰਖਤ ਦੇ ਉੱਤੇ ਕੋਈ ਡੋਰੀ ਵੀ ਬੰਨ੍ਹ ਆਈਏ, ਜਾਂ ਨਿਤਨੇਮ ਵੀ ਕਰ ਲਈਏ ਤੇ ਜਾ ਕੇ ਕਿਸੇ ਜੋਤਿਸ਼ੀ ਨੂੰ ਜਨਮ ਪੱਤਰੀ ਵੀ ਦਿਖਾ ਆਈਏ। ਮਹਾਰਾਜ ਕਹਿੰਦੇ ਮੈਨੂੰ ਇੱਥੇ ਦੁਚਿੱਤਾਪਨ ਨਹੀਂ ਚਾਹੀਦਾ, ਦੁਬਿਧਾ ਨਹੀਂ ਚਾਹੀਦੀ, ਕਿਉਂਕਿ ਦੁਬਿਧਾ ਵਿੱਚ ਤੁਰਨਾ ਬੜਾ ਔਖਾ ਹੈ। ਘਰ ਦੇ ਵਿੱਚ ਤੁਸੀਂ ਬੈਠੇ ਕੋਈ ਪਲੈਨਿੰਗ ਕੀਤੀ ਤੇ ਤੁਹਾਡੇ ਮਨ ਵਿੱਚ ਦੁਬਿਧਾ ਆ ਗਈ ਵੀ ਆਹ ਇਸ ਤਰ੍ਹਾਂ ਕੰਮ ਕਰਾਂ ਨਾ ਕਰਾਂ, ਚੱਲਾਂ ਨਾ ਚੱਲਾਂ, ਉਹ ਦੁਬਿਧਾ ਨੇ ਤੁਹਾਨੂੰ ਨਾ ਕੰਮ ਕਰਨ ਦੇਣਾ ਨਾ ਚੱਲਣ ਦੇਣਾ। ਸੋਚੀ ਜਾਓ, ਬੈਠੇ ਸੋਚਦੇ ਸੋਚਦੇ ਤੁਸੀਂ ਸਮਾਂ ਹੱਥੋਂ ਲੰਘਾ ਲਓਗੇ, ਫਿਰ ਤੁਸੀਂ ਆਖੋਗੇ ਵੀ ਹੁਣ ਤੇ ਸਮਾਂ ਲੰਘ ਗਿਆ, ਸੋਚਦਿਆਂ ਸੋਚਦਿਆਂ ਕੰਮ ਫਿਰ ਨਹੀਂ ਬਣਿਆ। ਇਸ ਲਈ ਮਹਾਰਾਜ ਕਹਿੰਦੇ ਇੱਥੇ ਤੂੰ ਜਿਹੜਾ ਹੈ ਉਹ ਦੁਬਿਧਾ ਵਿੱਚ ਨਹੀਂ ਪੈਣਾ। ਜਿਹੜਾ ਤੈਨੂੰ ਰਾਹ ਦੱਸਿਆ ਬਸ ਉਸ ਰਾਹ ਤੁਰ, ਧਿਆਨ ਰੱਖੀ ਉਸ ਰਾਹ ਜਿਹੜੇ ਦੁਨੀਆ ਦੇ ਕਰਮ ਕਾਂਡ ਨੇ, ਉਹ ਉਸ ਰਾਹ ਉੱਤੇ ਤੈਨੂੰ ਇੱਕ ਵੀ ਕਰਮ ਕਾਂਡ ਨਹੀਂ ਮਿਲਣਾ। ਦੁਨੀਆ ਨੇ ਵਹਿਮ ਭਰਮ ਬਹੁਤ ਪਾਲਿਆ, ਪਰ ਇਸ ਰਾਹ ਤੁਰਿਆਂ ਤੈਨੂੰ ਕੋਈ ਵਹਿਮ ਭਰਮ ਨਹੀਂ ਮਿਲਣਾ। ਇਸ ਲਈ ਇਸ ਮਾਰਗ ਤੇ ਵਿਰਲੇ ਤੁਰਦੇ ਨੇ, ਜਿਹੜੇ ਵਹਿਮ ਭਰਮ ਦੇ ਮਾਰਗ ਨੇ ਉਹਨਾਂ ਤੇ ਦੁਨੀਆ ਦੀ ਭੀੜ ਲੱਗੀ ਪਈ ਹੈ, ਕਰਮ ਕਾਂਡ ਵਾਲਿਆਂ ਦੀ ਭੀੜ ਲੱਗੀ ਪਈ ਹੈ। ਤਾਈ ਤੇ ਸਾਹਿਬ ਨੇ ਆਖਿਆ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਆ ਜਿਹੜਾ ਮਨ ਨੂੰ ਸ਼ਾਂਤ ਕਰਕੇ ਮਾਰਗ ਉੱਤੇ ਤੁਰਨਾ ਹੈ, ਸੰਤ ਕਾ ਮਾਰਗ, ਮਨ ਨੂੰ ਸ਼ਾਂਤ, ਇੰਦਰੀਆਂ ਨੂੰ ਕੰਟਰੋਲ ਕਰਕੇ, ਇੰਦਰੀਆਂ ਨੂੰ ਕਾਬੂ ਕਰਕੇ ਤੁਰਨਾ ਹੈ ਇਸ ਮਾਰਗ ਤੇ ਧਰਮ ਜਿਹੜੇ ਨਿਯਮ ਬਣਾਏ, ਰੂਲ ਬਣਾਏ, ਉਸ ਧਰਮ ਉਸ ਰੂਮ ਮਰਿਆਦਾ ਦੇ ਪੌੜੀ ਉੱਤੇ ਚੱਲਣਾ ਬੜਾ ਔਖਾ ਹੈ। ਸਭ ਕਹਿੰਦੇ ਇਹ ਕੋਈ ਵਡਭਾਗੀ, ਕੋਈ ਵੱਡੇ ਭਾਗਾਂ ਵਾਲਾ, ਅੰਦਰੋਂ ਜਾਗਿਆ ਹੋਇਆ, ਜਾਗਰਤਾ ਵਾਲਾ ਹੀ ਦੁਬਿਧਾ ਨੂੰ ਮਿਟਾ ਕੇ ਤੇ ਇਸ ਮਾਰਗ ਤੇ ਚੱਲ ਕੇ
इस पौड़ी ते पैर रख के ते अपनी मंजिल ते पहुंचदा है। को दा अर्थ है कोई। कोटन मैं नानक कऊ नारायण जह चीत करोड़ा धर्मी पुरुष मिलणगे धर्म दे कर्म करदियां, पर सब कहंदे अफसोस कि जिहड़े करोड़ा कर्म करन वाले ने उन्हां च कोई है जिहदा चित निरंकार नाल जुड़िया। ਵੇਖਣ ਨੂੰ ਸਾਰੇ ही धर्म दे कर्म कर रहे ने, पर उन्हां विचों कोई है जिहदा चित निरंकार नाल सारियां दा नहीं। इसलिए महाराज ने कहा सी गुरु के प्यारिया जिस मुकाम ते तू पहुंचण लई मैनू जिम्मेवारी दे रहे हैं कि सतगुरु जी तुसी मैनू विछड़े नू मिला सकदे हो, ते सब कहंदे मैं तेरे नाल बेईमानी नहीं करांगा, मैं तैनू धोखे विच नहीं रखांगा, मैं तेरे कोलों ओ कर्म नहीं करावांगा कि जिवें तेरियां जेबां खाली हो जाण ते तू लुटिया जाए। नहीं, तैनू इक्को ही कर्म जिहड़ा दसना है, पर उहदे वास्ते की करना है? दुबदा ना पड़ो हर बिन होर ना पूजो, मड़े मसाण न जाई। एक काम करी, मड़े मसाण ना जाई। असीं आख्या नहीं, असीं इत्थे मत्था भी टेकांगे ते जदों जावांगे ते किसे मड़ी मसाण ते भी जाके टेकांगे, फिर गल कित्थे बनेगी? गल ते मन्नी नहीं असीं। सतगुरु जी तुसी सानू रोकदे हो कर्म कांड तो, पर असीं ते आवांगे आके जिहड़ा तुहाडे दर ते जिहड़ा जंगला होएगा असीं इह भी अपने कर्म कांड दे नाल भर देवांगे। जिहड़ा तुहाडे घर विच आउंदियां निशान होएगा, निशान साहिब होएगा, असीं उत्थे भी बड़े तुहानू कर्म कांड करदे नज़र आवांगे। इहदा मतलब जो गुरु साहब ने कहा सी आपां मन्निया नहीं। जो साहब कहंदे दुबदा विच पैण दी लोड़ ही नहीं, तू दुबदा विच ना पै, सिर्फ बस ए मन हर जी ध्याए, तू एक मन एक चित भाए। तेरे अंदर भावना होनी चाहिए है, प्रेमा भगती वाला गुण होना चाहिए है। कोई इत्थे कर्म कांड जिहड़ा वो नहीं तैनू करवाया जाएगा। इत्थे तैनू जिहड़ा ये गिणतियां मिणतियां दे चक्कर च भी नहीं पाया जाएगा। पर अफसोस कि जो सतगुरु ने बाणी विच आख्या असीं नहीं समझ सके, अज असीं फिर गिणतियां मिणतियां च हां। असीं इहदे चक्कर ध्यान तां साडा जे ध्यान गिणती विच होएगा ते तुसीं शब्द नाल किवें जुड़ोगे? ध्यान ते एक पासे ही होना ना, एकाग्रता ते एक पासे ही होनी है। पंचां का गुर एक ध्यान, जिहड़े परवान होए ने वो कौन ने? उन्हां दा ध्यान एक पासे है। ते फिर तुसीं आप ही जिहड़ा वो जवाब जरूर दिया जी, जे किसी नूं कोई समझ आवे तां जरूर जवाब दे दिया जे। ਇਹ शब्द पढ़ रहे हैं, नाल गिणती चल रही है, ध्यान तुहाडा कित्थे होएगा? तुहाडा शब्द विच ध्यान होएगा कि तुहाडा गिणती विच ध्यान होएगा? जे गिणती विच है तो फिर शब्द विच नहीं होएगा, जे शब्द विच है फिर गिणती च नहीं होएगा। क्योंकि पंचां का गुर एक ध्यान, ध्यान एक पासे ही होना है। ते जदों एक पासे ध्यान होएगा तो फिर उत्थे कोई दूसरा ख्याल आ ही नहीं सकता, कोई दूसरा फुरना उत्थे बन ही नहीं सकता। जे साडा निरंकार वल ध्यान है तो फिर संसार दे फुरने अंदर नहीं बनणगे, फिर अंदर ख्याल दुनियावी मायावी पदार्थां दे नहीं आउणगे। ते जे साडा ध्यान दोवें पासे है, फिर बाणी अखां पढ़ रहीआं ने, दिमाग विच होर कुछ चल रहा है, कन गुरबाणी सुन रहे ने, दिमाग विच कुछ होर, सुरत किते होर टिकी हुई है। धन गुरु नानक साहब जी सुल्तानपुर जदों सतगुरु महाराज पातशाह जी जांदे ने मसीत विच, ते बेबे नानकी कोल लोग इकट्ठे होके कहंदे देख तेरा वीर किधर तुरिया है। इत्थे मसीत नूं तुर पिया। ते बेबे नानकी ने आख्या सी कोई गल नहीं, चिंता ना करो, किसे नूं राह पाउण ही गया होएगा, किसे नूं समझाउण वास्ते ही गया होएगा, उहदा मसीत जाण दा कोई मकसद होएगा, एवें नहीं गया। बेबे नानकी नूं समझ सी ना धन गुरु नानक साहब दी। जे सानू गुरु ग्रंथ साहब जी दी समझ होवे, सानू कोई घर विच चलो दुख सुख चलदे रहिंदे आ, जे सानू कवे कोई कि फलाणे कोल जाके कोई पुछ ही आ, ते तुसीं कहो भी मैनू गुरु ग्रंथ साहब दी बाणी ते भरोसा है, मैनू गुरु ग्रंथ साहब दी बाणी ते विश्वास है,
ਇੱਥੇ ਨਾ ਵਿਸ਼ਵਾਸ ਹੋਵੇ ਤਾਂ ਹੀ ਮੈਂ ਦੂਜੇ ਪਾਸੇ ਜਾਵਾਂ। ਪਰ ਜੇ ਕਵੇ ਵੀ ਬੰਦਾ ਮੈਂ ਨਿਤਨੇਮ ਕਰ ਲਿਆ ਤੇ ਚੱਲ ਮੈਂ ਤੇਰੇ ਨਾਲ ਕਿਸੇ ਜਿਹੜਾ ਤੈਨੂੰ ਸਿਆਣਾ ਲੱਗਦਾ ਉਹਦੇ ਕੋਲ ਵੀ ਮੈਂ ਜਾ ਕੇ ਆਵਾਂ, ਫਿਰ ਇਹਦਾ ਮਤਲਬ ਗੁਰਬਾਣੀ ਤੇ ਵੱਲ ਸਾਡਾ ਧਿਆਨ ਨਹੀਂ ਤੇ ਗੁਰਬਾਣੀ ਦੀ ਸਾਨੂੰ ਸਮਝ ਵੀ ਨਹੀਂ। ਅਸੀਂ ਦੋ ਰਾਹ ਉੱਤੇ ਤੁਰਨਾ ਚਾਹੁੰਦੇ ਹਾਂ ਤੇ ਦੋ ਕਦਮ ਵੀ ਕਦੇ ਬਰਾਬਰ ਤੁਰੇ ਨੇ। ਜਿਹੜੇ ਪੈਰਾਂ ਨਾਲ ਚੱਲ ਕੇ ਆਏ ਆ ਇਹ ਪੈਰ ਵੀ ਕਦੇ ਬਰਾਬਰ ਚੱਲੇ ਨੇ ਨਹੀਂ। ਇੱਕ ਪੈਰ ਨੂੰ ਦੂਜੇ ਮਗਰ, ਦੂਜੇ ਨੂੰ ਪਹਿਲੇ ਮਗਰ ਚੱਲਣਾ ਪੈਂਦਾ ਹੈ। ਕਦੇ ਦੋਵੇਂ ਪੈਰ ਬਰਾਬਰ ਚੁੱਕ ਕੇ ਤੁਰਿਆ ਨਹੀਂ ਜਾਂਦਾ। ਇੱਕ ਪੈਰ ਦੇ ਮਗਰ ਦੂਜੇ ਨੂੰ ਚੱਲਣਾ ਪਏਗਾ। ਤੇ ਸਾਹਿਬ ਕਹਿੰਦੇ ਤੂੰ ਕਹਿੰਦਾ ਮੈਂ ਦੋਵੇਂ ਪੈਰਾਂ ਦੇ ਨਾਲ ਚੱਲਾਂ, ਭਾਵ ਗੁਰੂ ਦੁਆਰੇ ਵੀ ਆਵਾਂ ਤੇ ਮੜੀ ਮਸਾਣਾ ਵਿੱਚ ਵੀ ਜਾਵਾਂ। ਮੈਂ ਸਤਿਗੁਰੂ ਤੁਹਾਡੀ ਬਾਣੀ ਦਾ ਆਸਰਾ ਵੀ ਲਵਾਂ, ਪਰ ਜਿਹੜਾ ਮੈਨੂੰ ਕਿਸੇ ਮੰਤਰ ਦਿੱਤਾ ਮੈਂ ਉਹ ਵੀ ਨਾਲ ਨਾਲ ਧਿਆਵਾਂ। ਮੈਂ ਜਿਹੜਾ ਬਾਣਾ ਵੀ ਪਾ ਲਵਾਂ, ਪਰ ਜਿਹੜੇ ਨਗ ਮੈਨੂੰ ਦਿੱਤੇ ਆ ਉਹ ਵੀ ਮੈਂ ਪਾ ਲਵਾਂ। ਬੜੀ ਹੈਰਾਨੀ ਹੁੰਦੀ ਹੈ ਜਦੋਂ ਇਹ ਦੇਖੀਦਾ ਵੀ ਬਾਣਾ ਵੀ ਪਾਇਆ ਹੋਇਆ ਤੇ ਜਿਹੜਾ ਪੈਰ ਦਾ ਗਿੱਟਾ ਉਹਦੇ ਤੇ ਧਾਗਾ ਵੀ ਬੰਨਿਆ ਹੋਇਆ, ਗਲ ਵਿੱਚ ਵੀ ਧਾਗਾ ਪਾਇਆ। ਇਹਦਾ ਮਤਲਬ ਜਿਹੜੇ ਕਕਾਰ ਪਾਏ ਆ ਉਹਦੇ ਤੇ ਭਰੋਸਾ ਨਹੀਂ, ਉਹ ਜਿਹੜਾ ਧਾਗਾ ਬਣਾ ਕੇ ਦਿੱਤਾ ਉਹਦੇ ਤੇ ਭਰੋਸਾ ਹੈ। ਤੇ ਅਸੀਂ ਦੋਵੇਂ ਪੈਰ ਚੁੱਕ ਕੇ ਬਰਾਬਰ ਤੁਰਨਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਡਿੱਗ ਜਾਏਗਾ ਥੱਲੇ, ਤੁਰਨਾ ਤੇ ਔਖਾ, ਡਿੱਗ ਜਾਏਗਾ। ਦੁਬਦਾ ਨਾ ਪੜੋ, ਦੁਬਦਾ ਵਿੱਚ ਨਾ ਪੈ। ਜਿਹੜੀ ਗੱਲ ਗੁਰਬਾਣੀ ਨੇ ਸਮਝਾਈ ਆ ਉਸ ਪਾਸੇ ਨੂੰ ਤੁਰ। ਤੇ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਜੇ ਤੁਰਨ ਵਾਸਤੇ ਆਏ ਆ ਤੇ ਫਿਰ ਭਾਵਨਾ ਨਾਲ ਆ, ਫਿਰ ਤੇਰਾ ਆਇਆ ਵੀ ਮੁਬਾਰਕ ਹੈ। ਤੇ ਜੇ ਤੂੰ ਫਾਰਮੈਲਿਟੀ ਸਿਰਫ ਇੱਕ ਵਿਖਾਵੇ ਲਈ ਆਇਆ ਤੇ ਸਭ ਕਹਿੰਦੇ ਫਿਰ ਮਾਫ ਕਰ, ਤੂੰ ਭਾਵੇਂ 100 ਵਾਰੀ ਆ ਜਾ, ਫਿਰ ਤੂੰ ਭਾਵੇਂ 20 ਵਾਰ 100 ਵਾਰੀ ਆ ਜਾ, ਪਰ ਆਉਣਾ ਮੁਬਾਰਕ ਉਦੋਂ ਹੈ ਜਦੋਂ ਤੂੰ ਦੁਬਦਾ ਛੱਡ ਕੇ ਇੱਕ ਰਸਤੇ ਤੇ ਚੱਲੇਗਾ। ਸਾਰੀਆਂ ਗੱਲਾਂ ਹੁਣ ਤੱਕ ਆਪਾਂ ਕਲੀਅਰ ਕਰਦੇ ਹੋਏ ਆਏ ਹਾਂ। ਜਿੰਨਾ ਚਿਰ ਉਹਦੀ ਨਜ਼ਰ ਨਹੀਂ ਹੋਏਗੀ ਉਨਾ ਚਿਰ ਗੱਲ ਨਹੀਂ ਬਣਨੀ। ਅਸੀਂ ਉਸ ਮਾਲਕ ਦੀ ਰਹਿਮਤ ਲੈਣ ਵਾਸਤੇ ਆਏ ਹਾਂ, ਤੇ ਜੇ ਮਾਲਕ ਦੀ ਰਹਿਮਤ ਲੈਣੀ ਹੈ ਫਿਰ ਧਿਆਨ ਮਾਲਕ ਵੱਲ ਹੀ ਹੋਣਾ ਚਾਹੀਦਾ ਹੈ। ਸਾਹਿਬ ਜੀ ਕਹਿੰਦੇ ਦੁਨੀਆ ਦੇ ਵਿੱਚ ਜਿੰਨੇ ਮਰਜ਼ੀ ਕਰਮ ਕਰ ਲਓ, ਹਾਰ ਕੇ ਆਉਣਾ ਇੱਥੇ ਹੀ ਪੈਣਾ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਵਾਦੇ ਪਿਆਰੇ। ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਅਨੇਕਾਂ, ਇੱਕ ਵੀ ਨਹੀਂ, ਦੋ ਵੀ ਨਹੀਂ, ਚਾਰ ਵੀ ਨਹੀਂ, 20 ਵੀ ਨਹੀਂ, ਅਨੇਕਾਂ ਕਰਮ ਕੀਤੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਤੇ ਸਤਿਗੁਰੂ ਨੇ ਕਹਿਣਾ ਮੈਂ ਤੇ ਪਹਿਲਾਂ ਹੀ ਤੈਨੂੰ ਕਿਹਾ ਸੀ ਦੁਬਦਾ ਨਾ ਪੜੋ, ਪਰ ਤੈਨੂੰ ਹੀ ਗੱਲ ਸਮਝ ਵਿੱਚ ਜਿਹੜੀ ਆ ਉਹ ਨਹੀਂ ਆਈ। ਹੁਣ ਤੂੰ ਹਾਰ ਕੇ ਆਇਆ ਤੇ ਫਿਰ ਉੱਥੇ ਹੀ ਹੈ, ਘੁੰਮ ਫਿਰ ਕੇ ਫਿਰ ਆਉਣਾ ਤੈਨੂੰ ਉੱਥੇ ਹੀ ਪਿਆ। ਤੇ ਬੇਨਤੀ ਕਰਦਾ ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ, ਸੁਆਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ। ਬਵੇਕ ਬੁੱਧੀ ਦਿਓ ਤਾਂ ਕਿ ਮੈਨੂੰ ਦੁਬਾਰਾ ਦੁਬਦਾ ਵਿੱਚ ਪੈਣ ਦੀ ਲੋੜ ਹੀ ਨਾ ਪਏ। ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਭਾਈ ਮੰਝ ਨੂੰ ਕੀ ਕਿਹਾ ਸੀ? ਭਾਈ ਮੰਝ ਦੋਵਾਂ ਪਾਸਿਆਂ ਤੇ ਪੈਰ ਨਹੀਂ ਰੱਖੇ ਜਾਂਦੇ, ਜਾਂ ਤਾਂ ਤੂੰ ਸਖੀ ਸਰਵਰੀਏ ਦਾ ਹੋ ਜਾ, ਤੇ ਜਾਂ ਫਿਰ ਜਿਸ ਘਰ ਦੇ ਵਿੱਚ ਆਇਆ ਉਹਦੇ ਅੱਗੇ ਆਪਣਾ ਤਨ ਮਨ ਸਮਰਪਣ ਕਰ ਦੇ। ਇਹ ਫੈਸਲਾ ਤੂੰ ਕਰਨਾ ਹੈ ਕਿ ਸਖੀ ਸਰਵਰੀਏ ਦਾ ਬਣ ਕੇ ਚੱਲਣਾ ਹੈ ਕਿ ਇਸ ਘਰ ਦਾ ਬਣ ਕੇ ਚੱਲਣਾ ਹੈ। ਕਹਿਣ ਲੱਗੇ ਤੈਨੂੰ ਅਸੀਂ ਧੱਕਾ ਨਹੀਂ ਕਰਨਾ, ਜ਼ੋਰ ਜ਼ਬਰਦਸਤੀ ਨਹੀਂ ਤੇਰੇ ਨਾਲ, ਤੇਰਾ ਅੰਦਰ ਮਨ ਮੰਨਣਾ ਚਾਹੀਦਾ ਹੈ। ਜੇ ਮਨ ਨਹੀਂ ਅੰਦਰੋਂ ਮੰਨੇਗਾ ਉਹਨਾਂ ਚਿਰ ਗੱਲ ਨਹੀਂ ਬਣਨੀ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਮਨ ਕੋਈ ਨਾਮ ਵਿੱਚ ਤੇ ਬਖਸ਼ਿਸ਼ਾਂ ਨੇ, ਪਰ ਮਨ ਜਾਣੇ ਮਨ ਕੋਏ। ਮਨ ਕਰਕੇ ਉਹਨੂੰ ਮੰਨਣ ਵਾਲਾ ਵੀ ਤੇ ਚਾਹੀਦਾ ਹੈ ਨਾ। ਇਸ ਲਈ ਭਾਈ ਮੰਝ ਨੂੰ ਆ ਗਈ ਸਮਝ, ਉਹ ਕਹਿੰਦਾ ਮਹਾਰਾਜ ਜੀ ਹੁਣ ਮੈਨੂੰ ਜੋ ਮਰਜ਼ੀ ਹੋ ਜਾਏ, ਭਾਵੇਂ ਮੈਨੂੰ ਚੌਧਰੀ ਦੀ ਕੁਰਸੀ ਤੋਂ ਵੀ ਲਾਹ ਦੇਣ, ਭਾਵੇਂ ਪਿੰਡ ਵਾਲੇ ਮੈਨੂੰ ਪਿੰਡ ਚੋਂ ਬਾਹਰ ਵੀ ਕੱਢ ਦੇਣ, ਪਰ ਮੈਂ ਹੁਣ ਤੁਹਾਡਾ ਪੱਲਾ ਪਕੜਿਆ। ਮੈਂ ਤੇ ਅਰਦਾਸ ਕਰਨ ਆਇਆ ਗਿਆਨ ਧਿਆਨ, ਕਿਛ ਕਰਮ ਨਾ ਜਾਣਾ ਨਾਹਿਨ, ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਹੇ ਤਰਨੀ। ਫਿਰ ਕਿੰਨੀਆਂ ਔਂਕੜਾਂ ਤੇ ਮੁਸ਼ਕਲਾਂ ਆਈਆਂ, ਪਰ ਕਦੇ ਦੂਜੇ ਰਸਤੇ ਪੈਰ ਨਹੀਂ ਰੱਖਿਆ।
ਦੁਬਦਾ ਵਿੱਚ ਨਹੀਂ, ਸਿਰਫ ਇੱਕ ਦਾ ਆਸਰਾ ਲੈ ਕੇ ਤੁਰੇ ਤੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਸੀਨੇ ਨਾਲ ਲਾ ਲਿਆ, ਗਲ ਨਾਲ ਲਾ ਕੇ ਆਖਿਆ ਸੀ, ਭਾਈ ਮੰਝ ਤੂੰ ਆਪ ਵੀ ਤਰੇਂਗਾ ਤੇ ਦੂਜਿਆਂ ਨੂੰ ਵੀ ਤਾਰੇਂਗਾ। ਤੂੰ ਆਪ ਵੀ ਦੁਬਦਾ ਵਿੱਚੋਂ ਨਿਕਲਿਆ ਤੇ ਦੂਜਿਆਂ ਨੂੰ ਵੀ ਦੁਬਦਾ ਵਿੱਚੋਂ ਕੱਢੇਗਾ। ਤੂੰ ਆਪ ਵੀ ਵਹਿਮ ਭਰਮ ਵਿੱਚੋਂ ਨਿਕਲਿਆ ਤੇ ਦੂਜੇ ਨੂੰ ਵੀ ਵਹਿਮ ਭਰਮ ਚੋਂ ਕੱਢੇਗਾ। ਕਿੰਨੀ ਵੱਡੀ ਬਖਸ਼ਿਸ਼ ਭਾਈ ਮੰਝ ਨੂੰ ਸਾਹਿਬ ਨੇ। ਇੱਕ ਨਹੀਂ ਹਜ਼ਾਰਾਂ ਗੁਰੂ ਕੇ ਐਸੇ ਸਿੱਖ ਨੇ ਜਿਨ੍ਹਾਂ ਦੇ ਜੀਵਨ ਚੋਂ ਆਪਾਂ ਸਿੱਖਿਆ ਲੈ ਸਕਦੇ ਹਾਂ। ਸਤਿਗੁਰੂ ਜੀ ਨੇ ਸਾਰੀਆਂ ਗੱਲਾਂ ਸਾਨੂੰ ਸਮਝਾਈਆਂ ਨੇ ਬਾਣੀ ਦੇ ਅੰਦਰ ਕਿ ਇੱਕ ਗੱਲ ਧਿਆਨ 'ਚ ਰੱਖਿਓ, ਆ ਦੁਬਦਾ ਵਿੱਚ ਪੈ ਕੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਤੈਨੂੰ ਇੱਕ ਵੀ ਅੱਗੇ ਤੇਰੇ ਨਾਲ ਨਹੀਂ ਚੱਲਣੀ, ਜਾਂ ਇੱਕ ਨੇ ਵੀ ਤੈਨੂੰ ਅੱਗੇ ਨਹੀਂ ਚੱਲਣ ਦੇਣਾ। ਜਦੋਂ ਵੀ ਅਸੀਂ ਗੁਰੂ ਸਾਹਿਬ ਜੀ ਦਾ ਆਸਰਾ ਲਈਏ, ਜਿਨ੍ਹਾਂ ਨੂੰ ਇੱਕ ਰਾਹ ਤੇ ਤੁਰਨ ਦੀ ਜਾਚ ਆ ਗਈ ਹੈ, ਜਿਨ੍ਹਾਂ ਤਨ ਮਨ ਸਮਰਪਣ ਕਰਕੇ ਤੁਰਨਾ ਕੀਤਾ, ਮੁਬਾਰਕ ਹੈ। ਤੇ ਜਿਹੜੇ ਦੁਬਦਾ ਵਿੱਚ ਪਏ ਹੋਏ ਨੇ, ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿ ਦੁਬਦਾ ਮੁੱਕ ਜਾਏ ਸਾਡੇ ਅੰਦਰੋਂ। ਜਿੰਨਾ ਦੁਬਦਾ ਵਿੱਚ ਚੱਲੋਗੇ ਉਨਾ ਮਨ ਡਗਮਗਾਏਗਾ, ਉਨਾ ਮਨ ਡੋਲੇਗਾ, ਉਨੀਆਂ ਚਿੰਤਾਵਾਂ ਵਧਣਗੀਆਂ, ਉਨੀਆਂ ਪਰੇਸ਼ਾਨੀਆਂ ਵਧਣਗੀਆਂ। ਜਿੰਨਾ ਦੁਬਦਾ 'ਚ ਚੱਲੋਗੇ ਉਨੇ ਡਿਪਰੈਸ਼ਨ ਵਿੱਚ ਜਾਓਗੇ। ਜਿੰਨਾ ਦੁਬਦਾ ਤੋਂ ਬਾਹਰ ਆ ਕੇ ਇੱਕ ਦਾ ਪੱਲਾ ਪਕੜ ਕੇ ਚੱਲੋਗੇ ਤੇ ਤੁਹਾਡੇ ਅੰਦਰ ਕਦੇ ਡਿਪਰੈਸ਼ਨ ਵਾਲੀ ਹਾਲਤ ਨਹੀਂ ਹੋਏਗੀ, ਕਦੇ ਤੁਹਾਨੂੰ ਚਿੰਤਤ ਨਹੀਂ ਹੋਣਾ ਪਏਗਾ। ਕਿਉਂ? ਕਿਉਂਕਿ ਪਤਾ ਹੈ ਜਿਹਦਾ ਮੈਂ ਪੱਲਾ ਪਕੜਿਆ, ਉਹ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆ, ਤੁਧ ਰੱਖੇਗਾ ਸਿਰਜਣਹਾਰ। ਤੂੰ ਕਾਹੇ ਡੋਲੇ, ਤੇਰਾ ਡੋਲਣ ਦਾ ਮਤਲਬ ਤੂੰ ਦੁਬਦਾ ਵਿੱਚ ਪੈ ਗਿਆ। ਤੈਨੂੰ ਇੱਕ ਤੇ ਭਰੋਸਾ ਨਹੀਂ ਹੈ, ਜਿਹਨੇ ਤੈਨੂੰ ਪੈਦਾ ਕੀਤਾ, ਜਿਹੜਾ ਤੈਨੂੰ ਪਾਲ ਰਿਹਾ ਸੰਭਾਲ ਰਿਹਾ, ਤੈਨੂੰ ਉਹਦੇ ਤੇ ਭਰੋਸਾ ਨਹੀਂ ਹੈ। ਇਸ ਲਈ ਤੂੰ ਡਗਮਗਾ ਗਿਆ, ਤੂੰ ਡੋਲਦਾ। ਜਿਸ ਦਿਨ ਇੱਕ ਤੇ ਭਰੋਸਾ ਰੱਖ ਕੇ ਤੁਰੇਗਾ, ਉਸ ਦਿਨ ਡਗਮਗਾਏਗਾ ਨਹੀਂ, ਉਸ ਦਿਨ ਡੋਲੇਗਾ ਨਹੀਂ, ਉਸ ਦਿਨ ਚਿੰਤਾ ਵੀ ਨਹੀਂ ਕਰੇਗਾ, ਬਸ ਬੇਫਿਕਰ ਹੋਇਆ ਤੁਰਿਆ ਰਹੇਗਾ। ਖੈਰ ਵਿਚਾਰਾਂ ਬਹੁਤ ਨੇ। ਅੱਜ ਦੀ ਇਸ ਪੌੜੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ, ਜੋ 32 ਨੰਬਰ ਪੌੜੀ ਹੈ। ਔਰ ਇਹ ਵੀ ਇੱਕ ਪੌੜੀ ਦਾ ਮਤਲਬ ਹੈ ਇੱਕ ਸਟੈਪ ਅੱਗੇ ਆਪਾਂ ਵਧਣਾ। ਪਰ ਨਾਲ ਦੀ ਨਾਲ ਅਸੀਂ ਕਹਿੰਦੇ ਵੀ ਨਹੀਂ, ਇੱਧਰੋਂ ਵੀ ਚਲੇ ਜਾਈਏ, ਉੱਧਰੋਂ ਵੀ ਚਲੇ ਜਾਈਏ। ਅਸੀਂ ਕਹਿੰਦੇ ਹਾਂ ਵੀ ਸੋਮਵਾਰ ਇੱਧਰੋਂ ਚਲੇ ਜਾਓ, ਮੰਗਲਵਾਰ ਉੱਧਰੋਂ ਚਲੇ ਜਾਓ, ਬੁੱਧਵਾਰ ਉੱਧਰੋਂ ਚਲੇ ਜਾਓ। ਪਰ ਨਹੀਂ, ਜਿਸ ਇਹ ਮੰਜ਼ਿਲ, ਮੰਨ ਲਓ ਅਸੀਂ ਚੌਥੀ ਮੰਜ਼ਿਲ ਤੇ ਜਾਣਾ ਹੈ, ਤੇ ਇਹ ਤੇ ਨਹੀਂ ਵੀ 4 ਸਟੈਪ ਤੁਸੀਂ ਇਸ ਪੌੜੀ ਤੇ ਰੱਖੇ ਨੇ ਤੇ 4 ਤੁਸੀਂ ਗਵਾਂਢੀਆਂ ਦੀ ਪੌੜੀ ਤੇ ਪੈਰ ਰੱਖ ਕੇ ਕਹੋ ਵੀ ਮੈਂ ਉਧਰੋਂ ਜਾਣਾ, ਤੇ ਫਿਰ ਤੁਸੀਂ ਕਹੋ ਮੈਂ ਖੱਬੇ ਵਾਲੇ ਪਾਸੇ ਗਵਾਂਢੀਆਂ ਦੀ ਪੌੜੀ ਤੋਂ ਜਾਣਾ। ਨਹੀਂ, ਸਾਹਿਬ ਕਹਿੰਦੇ ਜਿਹੜੀ ਪਹਿਲੀ ਪੌੜੀ ਤੇ ਤੂੰ ਪੈਰ ਰੱਖਿਆ ਨਾ, ਉਹੀ ਤੈਨੂੰ ਮੰਜ਼ਿਲ ਵੱਲ ਲੈ ਜਾਏਗੀ। ਤੇ ਉਹ ਕਵੇਂ ਵੀ ਮੈਂ ਛੱਡ ਕੇ ਹੋਰ ਵਿੱਚ ਪੌੜੀ ਤੇ ਪੈਰ ਰੱਖਾਂ, ਫਿਰ ਅਗਲੇ ਦਿਨ ਹੋਰ ਪੌੜੀ ਤੇ ਪੈਰ ਰੱਖਾਂ, ਫਿਰ ਇਦਾਂ ਹੀ ਸਿਸਟਮ ਚੱਲਦਾ ਰਹਿਣਾ, ਮੁਕਾਮ ਤੇ ਨਹੀਂ ਪਹੁੰਚੇਗਾ। ਇਹੀ ਹਾਲਤ ਸਾਡੀ ਹੈ। ਸੋਮਵਾਰ ਕਿਸੇ ਨੂੰ ਧਿਆ ਲਓ, ਮੰਗਲਵਾਰ ਕਿਸੇ ਨੂੰ, ਬੁੱਧਵਾਰ ਕਿਸੇ ਨੂੰ, ਵੀਰਵਾਰ ਕਿਸੇ ਨੂੰ, ਸ਼ੁੱਕਰਵਾਰ ਕਿਸੇ ਨੂੰ, ਸ਼ਨੀਵਾਰ ਕਿਸੇ ਨੂੰ ਮਨਾ ਲਓ, ਧਿਆ ਲਓ, ਤੇ ਬੰਦਾ ਕਹਿੰਦਾ ਬਸ ਇਸ ਕੋਈ ਤੇ ਕੰਮ ਆਏਗਾ। ਤੇ ਜੇ ਇਸ ਤਰ੍ਹਾਂ ਚੱਲਦੇ ਚੱਲਦੇ ਰਹਾਂਗੇ ਤੇ ਫਿਰ ਜਿੰਨੇ ਕੰਮ ਆਉਣਾ ਉਹ ਵੀ ਕੰਮ ਕੋਈ ਨਹੀਂ ਆਉਣਾ। ਇਸ ਲਈ ਸਾਨੂੰ ਆਖਿਆ ਸੀ, ਧਰ ਜੀਆਂ ਰਹਿ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈ ਹੈ, ਕਾਰਜ ਆਵੈ ਰਾਸ। ਬਿਡਾਨੀ ਆਸਾਂ ਲਾ ਕੇ ਤੁਰਨਾ ਪੈਣਾ। ਦੂਜਿਆਂ ਤੇ ਜਿਹੜਾ ਆਸ ਭਰੋਸਾ ਰੱਖ ਕੇ ਚੱਲਿਆ, ਉਹ ਛੱਡ ਕੇ ਤੁਰਨਾ ਪੈਣਾ। ਫਿਰ ਸਾਹਿਬ ਨੇ ਆਖਿਆ ਸੀ, ਤਜੋ ਸਿਆਨਪ ਸੁਰਜਨੋ ਸਿਮਰੋ, ਹਰ ਹਰ ਰਾਇ ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਇਸ ਲਈ ਸਾਹਿਬ ਜੀ ਕਹਿੰਦੇ ਹੁਣ ਪਰਮੇਸ਼ਵਰ ਦੇ ਨਾਮ ਨਾਲ ਜੋੜਿਆ ਤਾਂ ਸੀ, ਪਰ ਨਾਲ ਗਿਣਤੀਆਂ ਨਾਲ ਵੀ ਜੋੜ ਦਿੱਤਾ। ਹੁਣ ਗਿਣਤੀਆਂ ਵਿੱਚ ਹੀ ਅਸੀਂ ਅਟਕ ਕੇ ਰਹਿ ਗਏ ਤੇ ਆਪਾਂ ਇਹ ਗੱਲਾਂ ਕਲੀਅਰ ਕਰਕੇ ਆਏ ਆ। ਅਸੰਖ ਕਹੈ ਸਿਰ ਭਾਰ ਹੋਏ। ਕਹਿੰਦੇ ਨੇ ਸੰਖਿਆ ਜਿੱਥੇ ਆ ਗਈ ਉੱਥੇ ਫਿਰ ਭਾਰ ਭਾਵ ਬੋਝ ਪੈ ਜਾਏਗਾ ਤੁਹਾਡੇ ਸਿਰ ਤੇ ਕਿ ਮੈਂ ਤਾਂ ਇੰਨਾ 101 ਪਾਠ ਕਰ ਲਿਆ,
मैं ते 51 कर ले, मैं ते माला दे मणके इन्ने फिर मुबारक है। चलो कम से कम इस बहाने जुड़े तो हुए हैं, मुबारक है। पर सारी उम्र इत्थे ही अटक के नहीं रह जाना, सारी उम्र इत्थे ही नहीं अटक के रह जाना। हुण बच्चे नूं जदों पढ़ाया जांदा, तुसीं सारे सूझवान हो, जे किते कमी रह गई तो जरूर दस्सिया जे। आपां सारे स्कूल चों पढ़ाई करके आए हैं, जदों बच्चे नूं गिणती सिखाई 1+1 करके फिर अगे 2 पाया, कि बच्चे नूं समझाया भी 1 और 1 2 हुंदा है। फिर उन्होंने 2+2 करके फिर उन्होंने कि 4 लिख के दसिया भी 2 ते 2 4 हुंदे ने। फिर उन्होंने असी मल्टीप्लाई करना सिखाया भी 2 दूनी 4 हुंदा है। फिर उन्होंने दसिया गया, सारा कुछ उन्होंने लिख के दसिया गया। पर जदों बच्चा कह लो कि BA की पढ़ाई ते जां +2 की पढ़ाई ते पहुंचदा है, फिर वो उत्थे थोड़ी लिखेगा भी 1+1+1, फिर 1 नूं जोड़ के अगे 3 लिखेगा। नहीं, उन्होंने पता है भी 3 की हुंदा है, 2 की हुंदा है, 4 की हुंदा है, 50 की हुंदा है। वो फिर उत्थे इस तरह जोड़ कर करके नहीं हिसाब करेगा, उन्होंने सीधा हिसाब करन दी जाच आ जाती है। पहले दिन किताब साडे हत्थ विच आई ते उहदे अगे जिहड़ा अखर लिखिया सी, उस अखर दे नाम ते एक तस्वीर बनी सी, जिवें ऐड़े दे तरह अख बनी सी। वो अख वेख के पता लगा ये ते ऐड़ा है। ते जिहड़ा +2 दे विच विद्यार्थी पहुंच गया, वो भी उहदे लई भी उही पढ़ाई है भी ऐड़ा लिखिया ते उहदे अगे अख बना के दित्ती, ऊड़ा लिखिया उहदे अगे ऊंठ बना के दिता। नहीं, उन्हों पता लग गया हुण एक एक अखर अगे तस्वीर बनाउण दी लोड़ नहीं, क्योंकि वो एक एक अखर नूं जोड़ के पढ़न दी जाच आ गई है। जदों उन्हें शुरू कीता सी, उदों पढ़दा सी कक्का लल्ला मम्मा कलम, ते हुण वो कहंदा कलम। हुण वो BA की पढ़ाई वाला इदां थोड़ी पढ़ेगा, कक्का लल्ला मामा एक एक अखर पढ़ के फिर उन्होंने जोड़ के कहेगा कलम। नहीं, वो कट्ठा ही पढ़ जाएगा कलम, क्योंकि उन्होंने पढ़न की जाच आ गई है। ये साडे लई जरिया सहारा सी कि चलो मणके लै लो जां गिणती कर लो, पर सारी उम्र इत्थे ही थोड़ी रुक जाना सी, इन्हां नूं छड्ड के अगे लंघना सी। पर साडी सुरत इत्थे ही अटक गई, असी इत्थे ही अटक गए। कबीर जी ने की किया, कबीर मेरी सिमरनी रसना ऊपर राम। मेरी सिमरनी तो रसना ऊपर राम बन गई है। मैनू हुण हत्थ विच सिमरन की लोड़ नहीं, मैनू हत्थ विच मणके की लोड़ नहीं पई। क्यों? क्योंकि हुण मेरी सिमरनी मेरा रसना ऊपर राम बन गया। हुण जिवें जिवें साह अंदर बाहर हुंदा है, मणके चलदे ने। अंदर सवासां दा मणका जिहड़ा चलदा है, उहदे विचों वाहिगुरू राम राम दी आवाज़ आ रही है। हुण मैनू हुण हत्थां पैरां नाल मैं किरत कर सकदा। हुण मैं हत्थां नाल खड्डी जिहड़ी आ वो चला के ते कपड़ा तैयार कर सकदा। ते जे माला पकड़ी हुंदी ते फिर खड्डी तो कपड़ा कित्थे तैयार हो जाना सी। पिछले दिनी जिक्र किया, असी गुरु नानक साहब जी के हथ च माला पकड़ाई, ते जे माला ही पकड़ते रहे फिर खेतीबाड़ी का काम किदों किया गुरु नानक साहब ने? फिर गुरु नानक साहब ने हाथों में हल लैके किहड़े वेले वो चलाया होएगा? किहड़े वेले हाथों में कहण लगे खेती जिहड़ी आ वो करदे होणगे सतगुरु, क्योंकि असी ते सिर्फ माला ही दिखा रहे हैं। सतगुरु जिन्ने भी भगत होए ने, उन्हां भगतां दा जीवन, उन्हां दी तस्वीरां बकायदा असी बनाईयां ने कि नामदेव जी की कर रहे हैं, रविदास जी की कर रहे हैं। फिर जे हत्थ विच सिर्फ माला हुंदी फिर जुत्तियां कित्थों गंढ लैंदे? फिर नामदेव जी जिहड़े आ सुई धागा लैके कपड़े किवें किसे दे सी लैंदे? किरत किवें हो जांदी? फिर वो जिहड़ा कपड़ा रंगण की गल करते हैं, वो किवें रंग लैंदे? उन्होंने हत्थां नाल कपड़े जिहड़े आ रंगे ही ने। फिर वो माला जे आपां कहीए 24 घंटे हत्थ विच है, नहीं। वो तो आप कहंदे सीवन सीवो, कहंदे जदों मैं अपने बाहर दे कपड़े सिउना हां ते मेरा अंदर भी उहदे नाम नाल सिउता जांदा है। रंगन रंगो सीवन सीवो, राम नाम बिन घड़ी ना जीवो। मैं ते उहदे नाम तो बिना घड़ी भी नहीं जिउंदा। पर जिहड़े असी भाई देखो, फिर कहदे आ मुबारक है, इस जरिए सहारे तुरना है। बच्चे नूं असी चलण वास्ते
बचपन विच असीं उहनूं एक रेहड़ी दे दिंदे आ जां पंघूड़ा दे दिंदे आ ਚੱਲਣ वास्ते, पर सारी उम्र ਉਹਦੇ सहारे ही थोड़ी तुरदा है। ਅਸੀਂ ਉਹਨੂੰ सहारा देण ਲਈ कोई प्रबंध कर ਦਿੰਦੇ ਆ भी मेरा बच्चा ਇਹਦੇ सहारे तुरना सिख लवे, पर सारी उम्र थोड़ी। ਜਦੋਂ ਉਹ ਭੱਜਣ ਦੌੜਨ ਲੱਗ ਪੈਂਦਾ ਤੇ ਉਹ ਇੱਕ ਪਾਸੇ ਰੱਖ ਦਿੰਦੇ ਨੇ। ਇਸੇ ਤਰ੍ਹਾਂ ਸਾਹਿਬ ਕਹਿੰਦੇ ਇਹ ਇੱਕ ਜਰੀਆ ਸੀ, पर सारी उम्र असीं इदां ही जुड़े रह गए। विचारां बहुत ने अगांह तो अगांह, पर गल भी जे दुबदा नाल नाल मुक रही है फिर फायदा है। ये मस्या हो गई, संगरांद हो गई, पूर्णमाशी हो गई, ये दिन साडे जुड़न वास्ते सी, पर असीं सिर्फ ये महीने विच 3 दिन ही जुड़ के रह गए। असीं आख्या नहीं 3 दिन ही जुड़ना, बाकी नहीं। गुरुद्वारे सिर्फ एक संगरांद वाले दिन ही आना, बाकी नहीं। फिर साहब कहते तू अजे दुबदा चो निकलिया ही नहीं। तेरा हर दिन संगरांद दा हो जावे, तेरा हर दिन पुरब हो जावे, तेरा हर दिन मुबारक हो जावे। तू नित उठ गावो प्रभ की बाणी, तू नित उठ के गुरु द्वारे आना से। तू नहीं आया, तू भुल गया गुरु द्वारे आना, तू संगत करनी भुल गया, नितनेम करना भुल गया, फिर तैनू दोबारा जोड़न वास्ते आ दिनां दा सहारा लेना पिया। कि चल इन्हां दिनां विच आउणा हौली हौली शुरू कर। कई कहंदे जी साडी रूटीन जिहड़ी सी ना बणी सी, असीं गुरु घर दे विच आउण तो रहिंदे ही कोई नहीं सी। हुण पता नहीं 4 दिन की ऐसा हो गया, हुण साडी रूटीन बनदी कोई नहीं पई, साडा नेम बनदा ही कोई नहीं पिया। फिर वो आपे ही कहंदे ने, कहंदे हुण हौली हौली शुरू करदे आ। कि जिहड़ा साडा नित दा नेम बनिया सी ना, हुण वो नित नेम निभाया नहीं जांदा। 4 दिन ऐसे जिंदगी विच आ गए कि नित नेम खुंझ गया, हुण वो बनदा नहीं। फिर किवें बने? कहंदे हुण कोशिश करदे आ हौली हौली। परमेश्वर दा नाम असी भुल गए सां, खाना पीना हसना सौना विसर गया है। मरना खसम विसार खुआरी, कीनी त्रिग जीवन नहीं रहना। असी विसार दिता उहनूं हर पल। फिर साहब जी कहंदे चल तू इन्हां दिनां दा आसरा लैके आ। 3 दिन तो 30 दिन बनाउणे ने। तो 3 दिन मिथ लै भी चलो मैं कम से कम 3 दिन तां जाना ही जाना है, पर वो 3 दिन सारी उम्र उत्थे नहीं। वो 3 दिनां तो 30 दिनां तक तू पहुंचना है। हर दिन तेरा उहदे नाल जुड़ जाए, हर घड़ी हर पल उहदे नाल जुड़ जाए। इसलिए ये गिणतियां चलो जिन्हें पाया होएगा, गुरु साहब ने ते नहीं पाया। गुरबाणी च तां किते नहीं लिखिया कि तुसीं पाठ करना है ते गिण के करना है। जां किसे नूं कोई फिर बेनती करदे आ, कोई भी तुहानूं कोई शंका जां विचार अधूरी लगे तां जरूर बाद विच तुसीं विचार कर सकदे हो, समझा सकदे हो। पर गुरु ग्रंथ साहिब जी दी बाणी विच एक पंक्ति नहीं ऐसी लिखी भी जिथे लिखिया तुसीं गिणती करके पाठ करो। तुसीं गिणतियां पाठ करके ते आके अरदास करवाओ भी मैं इन्नी गिणती दा इन्ना पाठ करके आया ते मेरी अरदास करो। पर गुरु ग्रंथ साहिब जी ते ये कहंदे ही नहीं किते। जे किसी ने पढ़िया होवे, शायद दास दी नज़र विच वो पंक्ति ना आई होवे, तां जरूर तुसीं दसिओ किथे लिखिआ भी गिणती विच पाठ करना है। साहब जी कहंदे उन्हें आ दुनिया आपां पिछले समय कल दे समय विच ही आपां विचारिया कि जो किछ पाया सो एका वार, उन्हें इक्को वारी साह भर दिते ने अंदर। ते जे वो रोज गिणती दे देण लग जाए फिर साडा की हाल होना है। जिवें असीं गिणतियां करके उहनूं सुणाउने आ, ते जे वो सानूं गिणतियां करके सुणाउण लग जाएगा फिर साडा की होएगा। इसलिए असीं तां अरदास कीती सी, विसर नाहीं दातार अपना नाम देहो। पर देहो किवें? गुण गावां दिन रात 24 घंटे हर साह दे विच उठदियां बहिंदियां सौंदियां जागदियां मेरे अंदर नाम चलदा रवे। गुण गावां दिन रात नानक चाओ एहो, मेरे अंदर आ चाओ। क्योंकि गुरु साहब ने कहा सी दिन राती आराधो प्यारो, निमक न कीजै ढीला। तू निमक भी ढिल नहीं करनी, पर मैनू ते आख्या तू इन्नी गिणती दे पाठ कर। तू इन्नी गिणती करके फिर आके तू कह मैं इन्ना गिणती इन्ना पाठ कर लिया, 11 21 101 जां जिन्ने भी कीते आ असी तां। पर जे वो गिणतियां गिण के दातां देण लग जाए फिर साडा की बनना है? उन्हें ते जो कुछ दिता है वो सब कुछ इक्को वारी दातां भर दित्तियां।
ਜਿਹੜੀਆਂ ਕਦੇ ਮੁੱਕਦੀਆਂ ਨਹੀਂ। ਸਾਡੀ ਤਾਂ ਇੱਕ ਦਿਨ ਗਿਣਤੀ ਮੁੱਕ ਜਾਂਦੀ ਹੈ, ਧਿਆਨ ਗਿਣਤੀਆਂ ਵਿੱਚ ਹੀ ਅਟਕ ਜਾਂਦਾ ਹੈ। ਅਸੀਂ ਇਹਦੇ ਤੋਂ ਬਾਹਰ ਨਿਕਲਣ ਦਾ ਯਤਨ ਕਰੀਏ। ਠੀਕ ਹੈ, ਜਿਹਨੇ ਸ਼ੁਰੂ ਕੀਤਾ ਹੋਵੇਗਾ ਗੁਰਬਾਣੀ ਨਾਲ ਜੋੜਨ ਲਈ ਕੀਤਾ ਹੋਵੇਗਾ, ਪਰ ਉਹਦਾ ਮਕਸਦ ਵੀ, ਜਿਹਨੇ ਵੀ ਸ਼ੁਰੂ ਕੀਤਾ ਉਹਦਾ ਮਕਸਦ ਇਹ ਨਹੀਂ ਹੋਏਗਾ ਵੀ ਤੁਸੀਂ ਗਿਣਤੀਆਂ ਵਿੱਚ ਹੀ ਰੁਕ ਜਾਓ। ਗੁਰੂ ਸਾਹਿਬ ਜੀ ਨੇ ਅੱਜ ਇਹ ਗੱਲ ਸਮਝਾਈ। ਸਭ ਕਹਿੰਦੇ ਇੱਕ ਦੋ ਜੀਵਾਂ ਲੱਖ ਹੋਏ। ਜਿਵੇਂ ਇੱਕ ਪੌੜੀ ਆਪਾਂ ਚਲੋ ਫਿਰ ਵਿਚਾਰ ਕੇ ਚੱਲੀਏ, ਸਮਝ ਸੌਖੀ ਆ ਜਾਏਗੀ। ਸਭ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਕੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨ ਆਵਈ ਤਾਂ ਬਾਤ ਨਾ ਪੁੱਛਿਆ ਕਿ ਫਿਰ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਤੇ ਫਿਰ ਕੀ ਉਹਦਾ ਲਾਭ ਹੋਇਆ? ਉਹਦਾ ਕੋਈ ਲਾਭ ਨਹੀਂ ਹੋਇਆ ਜੇ ਤਿਸ ਨਜ਼ਰ ਨਾ ਆਵਈ। ਜੇ ਉਹਦੀ ਨਜ਼ਰ ਹੀ ਨਹੀਂ ਹੋਈ ਫਿਰ ਸਾਡੇ ਗਿਣਤੀਆਂ ਦੇ ਪਾਠ ਕੀਤੇ ਦਾ ਕੀ ਫਾਇਦਾ? ਜੇ ਸਾਡੇ ਉੱਤੇ ਉਹਦਾ ਪ੍ਰਭਾਵ ਹੀ ਕੋਈ ਨਹੀਂ ਪੈਣਾ, ਉਹਦਾ ਅਸਰ ਹੀ ਕੋਈ ਨਹੀਂ ਪੈਣਾ, ਫਿਰ ਤੁਸੀਂ 1 ਕਰੋ 50 ਕਰੋ, ਉਹਦਾ ਕੀ ਲਾਭ ਜੇ ਅਸੀਂ ਆਪਣੇ ਜੀਵਨ ਵਿੱਚ ਬਦਲਾਵ ਹੀ ਨਾ ਲਿਆਂਦਾ, ਜੇ ਇੱਕ ਪੰਕਤੀ ਦਾ ਵੀ ਅਸਰ ਸਾਡੇ ਤੇ ਨਾ ਹੋਇਆ ਤਾਂ। ਜਿਵੇਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇੱਕ ਦਿਨ ਵਿਚਾਰ ਤੁਸੀਂ ਵੀ ਸੁਣੀ ਹੋਏਗੀ ਉਹਨਾਂ ਦੀ, ਕਿਉਂਕਿ ਇਸ ਸਥਾਨ ਤੇ ਵੀ ਉਹ ਬੜੀਆਂ ਹਾਜ਼ਰੀਆਂ ਭਰਦੇ ਰਹੇ ਨੇ। ਉਹ ਕਹਿੰਦੇ ਇੱਕ ਦਿਨ ਮੈਂ ਕਥਾ ਕਰਕੇ ਉੱਠਿਆ ਤੇ ਬਾਹਰ ਦਰਵਾਜ਼ੇ ਤੇ ਸੱਜਣ ਕਹਿੰਦਾ, ਭਾਈ ਸਾਹਿਬ ਅੱਜ ਮੈਂ 4 ਪਾਠ ਕਰਕੇ ਆਇਆ। ਉਹ ਕਹਿੰਦੇ ਮੁਬਾਰਕ ਹੈ, ਸਾਡੇ ਕੋਲੋਂ ਇੱਕ ਨਹੀਂ ਹੁੰਦਾ, ਤੂੰ 4 ਕਰ ਆਇਆ, ਮੁਬਾਰਕ। ਚਲੋ ਅਗਲੇ ਦਿਨ ਕਹਿੰਦੇ ਫਿਰ ਜਦੋਂ ਉੱਠ ਕੇ ਬਾਹਰ ਆਇਆ ਉਹ ਫਿਰ ਖਲੋਤਾ, ਕਹਿੰਦਾ ਅੱਜ ਮੈਂ ਫਿਰ 4 ਕਰਕੇ ਆਇਆ। ਫਿਰ ਕਹਿੰਦੇ ਮੈਨੂੰ ਇਦਾਂ ਲੱਗਾ ਵੀ ਜਿਵੇਂ ਇਹ ਸੁਣਾਉਣਾ ਚਾਹੁੰਦਾ ਵੀ ਮੈਂ 4 ਪਾਠ ਕਰਕੇ ਆਇਆ, ਵੀ ਮੈਂ 4 ਕਰ ਸਕਦਾ। ਉਹ ਕਹਿੰਦੇ ਵੀ ਠੀਕ ਹੈ ਭਾਈ, ਮੁਬਾਰਕ ਹੈ, ਤੈਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਤੂੰ 4 ਪਾਠ ਕਰ ਆਇਆ। ਤੀਜੇ ਦਿਨ ਕਹਿੰਦੇ ਜਦੋਂ ਆਇਆ ਨਾ ਤੇ ਮੈਂ ਉਹਨੂੰ ਕਹਿ ਦਿੱਤਾ ਵੀ ਤੂੰ ਮੁਬਾਰਕ ਹੈ 4 ਪਾਠ ਕੀਤੇ ਨੇ, ਪਰ ਇੱਕ ਪੰਕਤੀ ਤੇਰੇ ਮੱਥੇ ਤੇ ਨਹੀਂ ਝਲਕਦੀ ਪਈ, ਤੇਰੇ ਮਸਤਕ ਤੇ ਇੱਕ ਵੀ ਪੰਕਤੀ ਦਾ ਅਸਰ ਨਹੀਂ ਦਿਸਦਾ ਪਿਆ। ਉਹ ਚੌਥੇ ਦਿਨ ਕਹਿੰਦੇ ਆਇਆ ਹੀ ਕੋਈ ਨਹੀਂ, ਖਲੋਤਾ ਹੀ ਕੋਈ ਨਹੀਂ, ਕਿਉਂਕਿ ਸੱਟ ਵੱਜ ਗਈ ਨਾ ਹੰਕਾਰ ਤੇ। ਜਦੋਂ ਬੰਦੇ ਦੇ ਹੰਕਾਰ ਤੇ ਸੱਟ ਵੱਜੇਗੀ ਉਹ ਤੁਹਾਨੂੰ ਨਹੀਂ ਦਿਸੇਗਾ। ਇਸ ਲਈ ਅਸੀਂ ਹਉਮੈ ਦਾ ਸ਼ਿਕਾਰ, ਗੁਰਬਾਣੀ ਪੜ੍ਹ ਕੇ ਹਉਮੈ ਦਾ ਸ਼ਿਕਾਰ ਨਹੀਂ ਹੋਣਾ, ਗੁਰਬਾਣੀ ਸੁਣ ਕੇ ਹਉਮੈ ਦਾ ਸ਼ਿਕਾਰ ਨਹੀਂ, ਸੇਵਾ ਕਰਕੇ ਹਉਮੈ ਦਾ ਸ਼ਿਕਾਰ ਨਹੀਂ ਹੋਣਾ। ਅਸੀਂ ਸੇਵਾ ਸਿਮਰਨ ਕਰਕੇ ਹਉਮੈ ਤੋਂ ਬਚਣਾ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ ਹਉਮੈ ਵਿੱਚੋਂ ਜਾਏ। ਪਰ ਇੱਥੇ ਤੇ ਹਉਮੈ ਆ ਗਈ। ਜਦੋਂ ਹਉਮੈ ਆ ਗਈ ਫਿਰ ਉੱਥੇ ਗੱਲ ਜਿਹੜੀ ਹੈ ਵਿਗੜ ਜਾਣੀ, ਬਣਦੀ ਹੋਈ ਗੱਲ ਹਉਮੈ ਨੇ ਵਿਗਾੜ ਦੇਣੀ ਹੈ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੈ ਜਿਉ ਕੁੰਚਰ। ਜਦੋਂ ਅੰਦਰ ਹਉਮੈ ਆ ਗਈ ਨਾ ਵੀ ਮੈਂ ਇੰਨਾ ਪਾਠ ਕਰ ਲਿਆ, ਮੈਂ ਇੰਨਾ ਕੀਤਾ, ਮੈਂ ਇੰਨਾ ਕਰ ਸਕਦਾ, ਫਿਰ ਮਹਾਰਾਜ ਕਹਿੰਦੇ ਇਸ ਹਉਮੈ ਨੇ ਤੇਰਾ ਕੰਮ ਵਿਗਾੜ ਦਿੱਤਾ। ਤੁਸੀਂ ਚਾਹੁੰਦੇ ਹੋ ਕਿ ਕੋਈ ਵੀ ਮਿਹਨਤ ਤੁਸੀਂ ਕਰੋ ਤੇ ਉਹਦੇ ਵਿੱਚ ਕੋਈ ਕੰਮ ਵਿਗਾੜ ਦੇਵੇ, ਤੁਸੀਂ ਨਹੀਂ ਚਾਹੁੰਦੇ, ਫਿਰ ਜਿਹੜਾ ਅਭਿਆਸ ਕਰਦੇ ਹੋ ਉਹਦੇ ਵਿੱਚ ਹਉਮੈ ਨੂੰ ਕਿਉਂ ਲਿਆਉਂਦੇ ਆ ਕੰਮ ਵਿਗਾੜਨ ਵਾਸਤੇ? ਇਹ ਹੰਕਾਰ ਸਾਡੀ ਰੁਕਾਵਟ ਬਣ ਜਾਂਦਾ ਹੈ ਜਿਸ ਰਾਹ ਤੇ ਤੁਰਨਾ। ਖੈਰ ਸਭ ਕਹਿੰਦੇ ਤੇਰੇ ਕੋਲ ਇੱਕ ਜੀਵ ਹੈ, ਤੂੰ ਇੱਕ ਵਾਰੀ ਵਾਹਿਗੁਰੂ ਕਹੇਗਾ, ਇੱਕ ਵਾਰੀ ਰਾਮ ਕਹੇਗਾ, ਚਲੋ 1 2 ਜੀਵਹੁ ਲੱਖ ਹੋਏ, ਲੱਖਾਂ ਹੋ ਜਾਣ, ਲੱਖਾਂ ਕਹਿੰਦੇ ਹੋ ਜਾਣ, ਫਿਰ ਲੱਖ ਹੋਵੇ ਲੱਖ 20, ਕਹਿੰਦੇ ਲੱਖ ਨਹੀਂ ਲੱਖਾਂ ਤੋਂ 20 ਲੱਖ ਜਿਹੜੀ ਹੈ ਤੇਰੀ ਜੀਭਾ ਜਿਹੜੀ ਆ ਉਹ ਹੋ ਜਾਵੇ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। 20 ਲੱਖ ਹੋ ਜਾਣ ਤੇ 20 ਲੱਖ ਜੀਵ ਵਿੱਚ ਇੱਕ ਇੱਕ ਜੀਵ ਨਾਲ ਲੱਖ ਲੱਖ ਗੇੜਾ ਆਖੀਐ। ਤੂੰ ਇੱਕ ਇੱਕ ਜੀਵ, ਹਾਲਾ ਲੱਖਾਂ ਜੀਵਾਂ ਹੋ ਜਾਣ ਪਰ ਇੱਕ ਇੱਕ ਜੀਵ ਨਾਲ ਲੱਖਾਂ ਲੱਖਾਂ ਦਾ ਗੇੜਾ ਤੇਰਾ ਉਹ ਨਾਮ ਜਪਣ ਵਾਲਾ ਰਟਣ ਵਾਲਾ ਆਉਂਦਾ ਹੋਵੇ। ਇੱਕ ਬੇਨਤੀ ਹੋਰ ਕਰ ਚੱਲਾਂ, ਅਸੀਂ ਗੁਰਬਾਣੀ ਨੂੰ ਰਟਣਾ ਨਹੀਂ ਹੈ, ਇਹ ਰਟਣ ਵਾਸਤੇ ਨਹੀਂ ਦਿੱਤੀ, ਇਹ ਕੋਈ ਸਕੂਲ ਦੀ ਪੜ੍ਹਾਈ ਨਹੀਂ ਹੈ ਜਿਹਨੂੰ ਰੱਟ ਕੇ ਆ ਜਾਓ।
ਇਹ ਰਟਣ ਵਾਸਤੇ ਨਹੀਂ ਹੈ। ਇਹ ਗੁਰਬਾਣੀ ਦਾ ਅਭਿਆਸ ਹੈ। ਕਿਤੇ ਅੰਦਰ ਭਗਤੀ ਦਾ ਜਾਗ ਲੱਗ ਜਾਏ, ਉਸ ਮਾਲਕ ਦੇ ਚਰਨਾਂ ਨਾਲ ਪਿਆਰ ਪੈ ਜਾਏ ਸਾਡਾ, ਉਸ ਮਾਲਕ ਦੇ ਚਰਨਾਂ ਨਾਲ ਸਾਡੀ ਪ੍ਰੀਤ ਬਣ ਆਵੇ। ਤੇ ਜੇ ਸਾਡੀ ਪ੍ਰੀਤ ਤੇ ਪ੍ਰਤੀਤ ਹੀ ਨਹੀਂ ਅੰਦਰੋਂ ਬਣੀ ਤੇ ਸਾਡੀਆਂ ਗਿਣਤੀਆਂ ਕੀ ਕਰਨਗੀਆਂ। ਜੇ ਅਸੀਂ ਦੁਬਿਧਾ ਵਿੱਚੋਂ ਹੀ ਨਾ ਹਜੇ ਨਿਕਲ ਪਾਏ ਤੇ ਫਿਰ ਸਾਡੀ ਪ੍ਰੀਤ ਹੀ ਨਾ ਅੰਦਰ, ਪ੍ਰੇਮਾ ਭਗਤੀ ਦਾ ਹੀ ਜਾਗ ਨਾ ਲੱਗਾ ਤੇ ਫਿਰ ਗੱਲ ਕਿਵੇਂ ਬਣੇਗੀ। ਦੇਖੋ ਦੁਨੀਆ ਦੇ ਵਿੱਚ ਬੜੇ ਚੋਟੀ ਦੇ ਪੰਡਤ ਹੋਏ ਨੇ। ਕਬੀਰ ਸਾਹਿਬ ਦੇ ਸਮੇਂ, ਨਾਮਦੇਵ ਦੇ ਸਮੇਂ ਕਿਸੇ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਇਆ? ਕਿਹਨਾਂ ਦਾ ਨਾਮ ਆਇਆ? ਜਿਨ੍ਹਾਂ ਨੇ ਪ੍ਰੇਮਾ ਭਗਤੀ ਦਾ ਜਾਗ ਲਾ ਲਿਆ। ਹੁਣ ਕਿਸੇ ਨੂੰ ਵੀ ਨਹੀਂ ਪਤਾ ਕਿ ਕਬੀਰ ਸਾਹਿਬ ਦੇ ਸਮੇਂ ਜਿਹੜੇ ਪੁਜਾਰੀ ਪੰਡਤ ਉਹਨਾਂ ਨਾਲ ਝਗੜਾ ਕਰਦੇ ਰਹੇ, ਉਹਨਾਂ ਦਾ ਕੀ ਨਾਮ ਹੈ? ਕਿਸੇ ਨੂੰ ਵੀ ਨਹੀਂ ਪਤਾ, ਕਿਉਂਕਿ ਉਹਨਾਂ ਦੇ ਨਾਮ ਉਹ ਹੰਕਾਰੀ ਸੀ। ਹੰਕਾਰੀਆਂ ਦੇ ਨਾਮ ਮਿਟ ਜਾਇਆ ਕਰਦੇ ਨੇ ਤੇ ਜਿਹੜੇ ਪਿਆਰ ਭਾਵਨਾ ਵਾਲੇ ਨੇ ਉਹਨਾਂ ਦੇ ਨਾਮ ਸਦੀਆਂ ਤੱਕ ਰਹਿ ਜਾਂਦੇ ਨੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀ ਜੁਗਾਂ ਤੱਕ ਜੈ ਜੈਕਾਰ। ਧਰੂ ਤੇ ਪ੍ਰਹਿਲਾਦ ਕਦੋਂ ਹੋਏ ਨੇ? ਅੱਜ ਵੀ ਉਹਨਾਂ ਦੀ ਜੈ ਜੈਕਾਰ ਹੈ। 15 ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ, ਕਦੋਂ ਦੇ ਸਦੀਆਂ ਬੀਤ ਗਈਆਂ, ਅੱਜ ਵੀ ਉਹਨਾਂ ਦੀ ਜੈ ਜੈਕਾਰ ਹੈ। ਕਿਉਂਕਿ ਉਹ ਪ੍ਰੇਮਾ ਭਗਤੀ ਵਿੱਚ ਲੀਨ ਹੋਣ ਵਾਲੇ ਨੇ। ਉਹਨਾਂ ਨੇ ਬਾਹਰੋਂ ਨਹੀਂ, ਆਪਣੇ ਆਪ ਨੂੰ ਅੰਦਰੋਂ ਰੰਗ ਲਿਆ। ਸਭ ਕਹਿੰਦੇ ਚਲੋ 20 ਲੱਖ ਜੀਬਾਂ ਵਿੱਚ ਇੱਕ ਇੱਕ ਗੇੜਾ ਤੁਹਾਡਾ ਲੱਖਾਂ ਦਾ। ਏਕ ਨਾਮ ਜਗਦੀਸ਼, ਇੱਕ ਜਗਤ ਦਾ ਈਸ਼ਵਰ, ਜਗਤ ਦਾ ਮਾਲਕ, ਉਸ ਈਸ਼ਵਰ ਦੇ ਨਾਮ ਨੂੰ ਰਟਦਿਆਂ ਰਟਦਿਆਂ ਲੱਖਾਂ ਦਾ ਗੇੜਾ ਇੱਕ ਇੱਕ ਜੀਬਾਂ ਨਾਲ ਵੀ ਜੇ ਆਉਂਦਾ ਹੋਵੇ ਤੇ ਸਭ ਕਹਿੰਦੇ ਫਿਰ ਵੀ ਤੁਸੀਂ ਉਹਦੀ ਪ੍ਰਾਪਤੀ ਨਹੀਂ ਕਰ ਸਕਦੇ। ਕਿਉਂ? ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਕਹਿੰਦੇ ਜਿਹਦੇ ਹਜ਼ਾਰਾਂ ਕਹਿ ਲਓ ਕਿ ਮੂੰਹ ਤੇ ਜੀਬਾਂ ਨੇ, ਉਹ ਹਜ਼ਾਰਾਂ ਨਾਮ ਇੱਕੋ ਵਾਰੀ ਜਪ ਸਕਦਾ ਹੈ, ਪਰ ਫਿਰ ਵੀ ਉਹਨੇ ਤੇਰਾ ਮਰਮ ਨਹੀਂ ਜਾਣਿਆ, ਉਹਨੇ ਤੇਰਾ ਅੰਤ ਨਹੀਂ ਪਾਇਆ। ਕਿਉਂ? ਉਸ ਮਾਲਕ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਉਹ ਤਾਂ ਗਿਣਤੀਆਂ ਤੋਂ, ਸੰਖਿਆ ਤੋਂ ਪਰੇ ਹੈ, ਤੇ ਜਿਹੜਾ ਸੰਖਿਆ ਤੋਂ ਪਰੇ ਹੈ ਉਹਨੂੰ ਸੰਖਿਆ ਵਿੱਚ ਨਹੀਂ ਲਿਆਂਦਾ ਜਾ ਸਕਦਾ। ਫਿਰ ਅਸੀਂ ਉਹਦੇ ਨਾਮ ਕਿਉਂ ਸੰਖਿਆ ਵਿੱਚ ਲਿਆ ਕੇ ਰੱਟ ਰਹੇ ਹਾਂ। ਸਭ ਕਹਿੰਦੇ ਆਹ ਤੇਰਾ ਜੀਵਨ ਜੇ ਤੇਰਾ ਹੋ ਜਾਵੇ ਨਾ, ਇੱਕ ਗੱਲ ਧਿਆਨ ਰੱਖੀ, ਤੂੰ ਇੰਨਾ ਵਾਰ ਲੱਖ ਲੱਖ ਗੇੜਾ ਜਿਹੜਾ ਤੇਰਾ ਚੱਲਦਾ ਹੋਵੇ, ਇੱਕ ਨਾਮ ਜਗਦੀਸ਼ ਨਾਲ ਜੁੜਿਆ, ਜਗਤ ਦੇ ਈਸ਼ਵਰ ਦੇ ਨਾਮ ਨਾਲ ਜੁੜਿਆ, ਪਰ ਫਿਰ ਵੀ ਉਹਦਾ ਅੰਤ ਕੋਈ ਨਹੀਂ ਹੈ ਤੇ ਉਹਦੀ ਪ੍ਰਾਪਤੀ ਵੀ ਇਸ ਢੰਗ ਨਾਲ ਨਹੀਂ ਹੋਵੇਗੀ। ਏਕ ਰਹਾ ਪਤ ਪਵੜੀਆ, ਚੜੀਐ ਹੋਏ ਇਕੀਸ। ਸਭ ਕਹਿੰਦੇ ਤੂੰ ਕਿਉਂ ਇਹ ਜਿਹੜਾ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਤੂੰ ਉਹਦੀ ਗਿਣਤੀ ਵਿੱਚ ਉਹਦੇ ਨਾਮ ਦਾ ਰਟਣ ਜਿਹੜਾ ਤੂੰ ਕਰ ਰਿਹਾ ਹੈ। ਏਤ ਰਹਾ ਪਤ ਪਵੜੀਆਂ, ਪਤ ਦੇ ਤੱਤੇ ਨੂੰ ਸਿਹਾਰੀ। ਇਹ ਵੀ ਜ਼ਿਕਰ ਪਿਛਲੇ ਦਿਨੀ ਕੀਤਾ ਸੀ ਕਿ ਅਰਥ ਬਦਲ ਜਾਂਦੇ ਨੇ। ਜੇ ਔਂਕੜ ਲੱਗੀ ਹੋਵੇ, ਸਿਹਾਰੀ ਹੋਵੇ ਜਾਂ ਮੁਕਤਾ ਹੋਵੇ। ਇੱਥੇ ਪਤ ਦੇ ਤੱਤੇ ਨੂੰ ਸਿਹਾਰੀ ਹੋਣ ਕਰਕੇ ਇਹਦਾ ਅਰਥ ਪਤੀ ਹੋ ਗਿਆ। ਪਤੀ ਸਾਡਾ ਸਾਰੀ ਜਿੰਨੀ ਵੀ ਅਸੀਂ ਜਿੰਦ ਇਸਤਰੀ ਆ ਨਾ, ਆਤਮਾ ਕਰਕੇ ਸਾਡੇ ਸਾਰਿਆਂ ਦਾ ਪਤੀ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ ਹੈ। ਅਸੀਂ ਉਹ ਸਾਰਿਆਂ ਨੇ ਉਹਦੀ ਸੁਹਾਗਣ ਬਣਨਾ। ਸਾਡਾ ਕੰਤ ਇੱਕੋ ਹੀ ਹੈ, ਪਰਮੇਸ਼ਵਰ। ਅਸੀਂ ਆਪਣੇ ਪਰਮੇਸ਼ਵਰ ਦੀ ਸੁਹਾਗਣ ਬਣਨਾ। ਇਸ ਲਈ ਕਹਿੰਦੇ ਆਹ ਜਿਹੜਾ ਰਾਹ ਨਾ ਪਤ ਪਤੀ ਨੂੰ ਮਿਲਣ ਲਈ ਜਿਹੜੀਆਂ ਪਵੜੀਆਂ ਨੇ, ਕਾਹਦੇ ਵਾਸਤੇ ਨੇ? ਚੜੀਆ ਹੋਏ 21, ਚੜ ਕੇ ਉਹਦੇ ਵਿੱਚ ਇੱਕ ਮਿਕ ਹੋਣ ਵਾਸਤੇ। ਪਰ ਜਿਹੜੀ ਗਿਣਤੀਆਂ 'ਚ ਤੁਸੀਂ ਪੈ ਗਏ ਹੋ, ਇਹ ਉਹ ਰਸਤਾ ਨਹੀਂ ਹੈ, ਇਹ ਉਹ ਪੌੜੀਆਂ ਨਹੀਂ ਹੈ ਜਿਸ ਪੌੜੀਆਂ ਤੇ ਚੜ ਕੇ ਉਸ ਪਤੀ ਪਰਮਾਤਮਾ ਵਿੱਚ ਲੀਨ ਹੋਇਆ ਜਾ ਸਕੇ। ਸਭ ਕਹਿੰਦੇ ਉਸ ਰਾਹ ਤੁਰਨ ਲਈ ਪ੍ਰੇਮਾ ਭਗਤੀ ਚਾਹੀਦੀ ਹੈ। ਉਹਦੇ ਰਾਹ ਤੇ ਤੁਰਨ ਵਾਸਤੇ ਦਿਨ ਰਾਤੀ ਆਰਾਧੋ ਪਿਆਰੋ ਨਿਮਕ ਨਾ ਕੀਜੈ, ਢਿੱਲਾ ਵਾਲੀ ਅਵਸਥਾ ਚਾਹੀਦੀ ਹੈ। ਉਹਦੇ ਰਾਹ ਤੇ ਤੁਰਨ ਲਈ ਗੁਣ ਗਾਵਾਂ, ਦਿਨ ਰਾਤ ਵਾਲੀ ਅਵਸਥਾ ਚਾਹੀਦੀ ਹੈ। ਪਰ ਜੇ ਤੁਸੀਂ ਰਟਨ ਕਰ ਰਹੇ ਹੋ, 1 ਤੋਂ ਲੈ ਕੇ 100, 100 ਤੋਂ 1000, 1000 ਤੋਂ ਲੱਖ ਤੁਸੀਂ ਗਿਣਤੀ ਵਿੱਚ ਪਏ ਹੋ, ਫਿਰ ਇਹ ਉਹ ਪੌੜੀਆਂ ਨਹੀਂ ਜਿਸ ਪੌੜੀਆਂ ਤੇ ਚੜ ਕੇ ਤੁਸੀਂ ਉਸ ਪਤੀ ਪਰਮਾਤਮਾ ਵਿੱਚ 21 ਇੱਕ ਮਿਕ ਹੋ ਸਕਦੇ ਹੋ। ਇਹ ਉਹ ਨਹੀਂ। ਤਾਂ ਹੀ ਆਰੰਭ ਵਿੱਚ ਜ਼ਿਕਰ ਕੀਤਾ ਸੀ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ
ਪਾਏ। ਇਹ ਉਹ ਮਾਰਗ ਹੈ ਜਿੱਥੇ ਕੋਈ ਪ੍ਰੇਮਾ ਭਗਤੀ ਦਾ ਜਾਗ ਲਾ ਕੇ ਉਸ ਮਾਲਕ ਵਿੱਚ ਇੱਕ ਮਿੱਕ ਹੋ ਸਕਦਾ ਹੈ। ਸਾਹਿਬ ਜੀ ਕਹਿੰਦੇ ਨੇ ਇਹ ਪੌੜੀਆਂ ਧਰਮ ਦੀਆਂ ਹੋਰ ਨੇ, ਤੁਹਾਨੂੰ ਦਸੀਆਂ ਹੋਰ ਗਈਆਂ ਨੇ। ਤੁਸੀਂ ਹੋਰ ਹੋਰ ਪੌੜੀਆਂ ਚੜ੍ਹਦੇ ਹੋ। ਜਿਸ ਪਰਮਾਤਮਾ ਨਾਲ ਮਿਲਣਾ ਉਸ ਪੌੜੀ ਤੇ ਤੁਹਾਨੂੰ ਪੈਰ ਰੱਖ ਕੇ ਉਧਰ ਪਾਸੇ ਤੁਰਨਾ ਪੈਣਾ, ਔਰ ਉੱਥੇ ਕੋਈ ਗਿਣਤੀ ਮਿਣਤੀ ਨਹੀਂ। ਉੱਥੇ ਤੂੰ ਮੈਂ ਨਹੀਂ ਹੁੰਦਾ। ਜਿੱਥੇ ਦਿਲਾਂ ਵਿੱਚ ਪਿਆਰ ਹੋਵੇ ਉੱਥੇ ਤੂੰ ਮੈਂ ਨਹੀਂ ਹੁੰਦਾ। ਉੱਥੇ ਲੈਣ ਦੇਣ ਵਿੱਚ ਮੈਂ ਤੂੰ ਨਹੀਂ ਹੁੰਦਾ। ਆ ਮੇਰਾ ਤੇ ਆ ਤੇਰਾ। ਇਹ ਪੌੜੀਆਂ ਉਹ ਨੇ ਜਿੱਥੇ ਕਬੀਰ ਸਾਹਿਬ ਨੇ ਕਿਹਾ ਕਿ ਜਿਸ ਪੌੜੀ ਤੇ ਮੈਂ ਚੜ੍ਹ ਕੇ ਉਹਦੇ ਵਿੱਚ 21 ਹੋਇਆ ਨਾ, ਉੱਥੇ ਜਾ ਕੇ ਸਮਝ ਆਈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇ ਅਸੀਂ ਅਜੇ ਫਸੇ ਪਏ ਆ। ਇਹ ਰੁਮਾਲਾ ਸਾਹਿਬ ਮੇਰਾ, ਇਹ ਜਬਰ ਸਾਹਿਬ ਮੇਰਾ, ਆ ਜਿਹੜੇ ਪੱਥਰ ਦੇ ਲੱਗਾ ਹੋਇਆ ਇਹ ਮੇਰਾ, ਇਹ ਪੱਖਾ ਵੀ ਮੇਰਾ, ਆ ਕੰਧ ਵੀ ਮੇਰੀ, ਤੇ ਆ ਦੇਖੋ ਗੁਟਕਾ ਸਾਹਿਬ ਵੀ ਮੇਰੇ, ਗੁਰਬਾਣੀ ਵੀ ਮੇਰੀ। ਫਿਰ ਉਹਦਾ ਕੀ ਹੈ? ਜੇ ਸਭ ਕੁਝ ਮੇਰਾ ਹੀ ਹੈ ਤੇ ਫਿਰ ਗੁਰੂ ਦਾ ਕੀ ਹੈ? ਅਸੀਂ ਤੇ ਇਸ ਪੌੜੀ ਤੇ ਚੜ੍ਹ ਕੇ 21 ਹੋਣਾ ਸੀ, ਜਿੱਥੇ ਕਹਿਣਾ ਸੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਸਤਿਗੁਰੂ ਤੁਹਾਡਾ ਤੁਹਾਨੂੰ ਸੌਂਪਿਆ, ਮੇਰਾ ਇਹਦੇ ਵਿੱਚ ਕੀ ਹੈ? ਮੇਰਾ ਕੁਛ ਵੀ ਨਹੀਂ ਹੈ। ਫਿਰ ਮੈਂ ਕਿਸ ਗੱਲ ਦਾ ਮਾਣ ਕਰਾਂ? ਕਬੀਰ ਤੂੰ ਤੋ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨ ਹੋ। ਆਹ ਪੌੜੀਆਂ ਨੇ ਜਿੱਥੇ ਚੜ੍ਹ ਕੇ 21 ਹੋਇਆ ਜਾਣਾ ਹੈ, ਤੇ ਅਸੀਂ ਅਜੇ ਗਿਣਤੀਆਂ ਦੇ ਵਿੱਚ ਫਸੇ ਹੋਏ ਹਾਂ। ਅਸੀਂ ਪੌੜੀਆਂ, ਹੋਰ ਕੋਈ ਸ਼ੱਕ ਨਹੀਂ। ਤੁਸੀਂ ਗੁਰਬਾਣੀ ਪੜ੍ਹਦੇ ਹੋ, ਰੱਜ ਰੱਜ ਪੜ੍ਹੋ, ਵੱਧ ਤੋਂ ਵੱਧ ਪੜ੍ਹੋ। ਮੁਬਾਰਕ ਹੈ ਤੁਹਾਡਾ ਪੜ੍ਹਨਾ ਸੁਣਨਾ, ਮੁਬਾਰਕ ਹੈ। ਪਰ ਪੌੜੀਆਂ ਗਲਤ ਚੁਣ ਲਈਆਂ। ਅਸੀਂ ਗਲਤ ਪੌੜੀ ਤੇ ਪੈਰ ਰੱਖ ਕੇ ਚੱਲ ਰਹੇ ਹਾਂ। ਸਾਹਿਬ ਕਹਿੰਦੇ ਆ ਭਗਤਾਂ ਦੀ ਬਾਣੀ ਦਾ ਸਹਾਰਾ ਇਸੇ ਲਈ ਤੁਹਾਨੂੰ ਦਿੱਤਾ ਸੀ ਕਿ ਜਿਹੜੀਆਂ ਪੌੜੀਆਂ ਤੇ ਇਹ ਚੜ੍ਹ ਕੇ 21 ਹੋਏ ਨੇ, ਤੁਸੀਂ ਵੀ ਚੜ੍ਹ ਕੇ 21 ਇਸੇ ਰਾਹ ਤੇ ਤੁਰ ਕੇ ਹੋ ਜਾਓ। ਪਰ ਅਸੀਂ ਤੇ ਸੁਣੀਆਂ ਸੁਣਾਈਆਂ ਗੱਲਾਂ ਤੇ ਭਰੋਸਾ ਕਰਦੇ ਹਾਂ। ਫਿਰ ਉੱਥੇ ਰੀਸ ਕਰਨ ਨਾਲ ਕੁਝ ਨਹੀਂ ਹੋਣਾ। ਰੀਸ ਕਰਨ ਨਾਲ ਤੇ ਚੋਲਾ ਪਾ ਕੇ ਮੇਰੇ ਵਰਗਾ ਵੀ ਬਹਿ ਜਾਏਗਾ ਸੰਤ ਬਣ ਕੇ, ਪਰ ਅੰਦਰ ਉਹਦੇ ਗੁਣ ਵੀ ਤਾਂ ਸੰਤ ਵਾਲੇ ਹੋਣੇ ਚਾਹੀਦੇ ਆ। ਕੋਈ ਬ੍ਰਹਮ ਗਿਆਨੀ ਵਾਲਾ ਚੋਲਾ ਪਾ ਕੇ ਬਹਿ ਜਾਏਗਾ, ਉਹਦੇ ਅੰਦਰ ਬ੍ਰਹਮ ਗਿਆਨ ਵਾਲਾ ਗੁਣ ਵੀ ਤੇ ਹੋਣਾ ਚਾਹੀਦਾ ਹੈ। ਬਗਲਾ ਵੀ ਹੰਸ ਦੀ ਰੀਸ ਜਿਹੜਾ ਉਹ ਕਰ ਲੈਂਦਾ ਹੈ, ਪਰ ਕਰਦਾ ਕੀ ਹੈ? ਡੁੱਬ ਮਰਦਾ ਹੈ। ਕਿਉਂ? ਕਿਉਂਕਿ ਉਹਨੂੰ ਹੰਸ ਬਣਨਾ ਨਹੀਂ ਆਇਆ। ਹੰਸਾ ਵੇਖ ਤਰੰਦਿਆਂ ਬੱਗਾ ਵੀ ਆਇਆ ਚਾਓ, ਡੁੱਬ ਮੂਹੇ ਬੱਕ ਪਪੜੇ। ਕਹਿੰਦੇ ਨੇ ਉਹ ਜਿਹੜਾ ਬਗਲਾ ਸੀ ਨਾ, ਹੰਸਾ ਵੇਖ ਤਰੰਦਿਆਂ, ਕਹਿੰਦੇ ਹੰਸਾਂ ਨੂੰ ਤਾਰੀ ਲਾਉਂਦਿਆਂ ਵੇਖ ਕੇ, ਭਗਤਾਂ ਨੂੰ ਤਾਰੀ ਲਾਉਂਦਿਆਂ ਵੇਖ ਕੇ, ਸੁਹਾਗਣਾ ਨੂੰ ਵੇਖ ਕੇ ਵੀ ਆ ਸਭ ਸੁਹਾਗਣ ਮਾਣੇ ਰਲੀਆਂ। ਸਾਰੀਆਂ ਸੁਹਾਗਣਾ ਬੜੀਆਂ ਰੰਗ ਪਰਮੇਸ਼ਵਰ ਦੇ ਰੰਗ ਵਿੱਚ ਰੰਗੀਆਂ ਨੇ, ਤੇ ਮੇਰੇ ਵਰਗਾ ਵੀ ਰੀਸ ਕਰਕੇ ਆ ਗਿਆ, ਪਰ ਦੁਹਾਗਣ ਵਾਲੇ ਅਵਗਣ ਤੇ ਅੰਦਰੋਂ ਕੱਢੇ ਕੋਈ ਨਹੀਂ। ਜਿਵੇਂ ਕਿਸੇ ਨੇ ਆਖਿਆ ਨਾ ਵੀ ਆ ਖੂਹ ਵਿੱਚੋਂ ਬਦਬੂ ਬੜੀ ਆਉਂਦੀ ਹੈ, ਉਹਨੇ ਆਖਿਆ ਏਦਾਂ ਕਰੋ ਪਾਣੀ ਕੱਢ ਦਿਓ, ਜਿਹੜੀ ਬਿੱਲੀ ਮਰੀ ਆ ਉਹ ਕੱਢ ਦਿਓ। ਅਸੀਂ ਪਾਣੀ ਕੱਢਦੇ ਰਹੇ। ਫਿਰ ਆਖਿਆ ਜੀ ਮਿਹਨਤ ਬੜੀ ਕੀਤੀ ਪਰ ਬਦਬੂ ਨਹੀਂ ਹਟਦੀ। ਕਹਿੰਦੇ ਪਾਣੀ ਤਾਂ ਕੱਢਿਆ, ਬਿੱਲੀ ਤੇ ਕੱਢੀ ਕੋਈ ਨਹੀਂ। ਅਸੀਂ ਬਾਹਰੋਂ ਧਰਮ ਦਾ ਚੋਲਾ ਤੇ ਪਾ ਲਿਆ, ਪਰ ਅੰਦਰੋਂ ਅਵਗਣ ਤਾਂ ਕੱਢੇ ਕੋਈ ਨਹੀਂ। ਰੀਸ ਤਾਂ ਕਰ ਲਈ ਬਾਹਰੋਂ, ਪਰ ਅੰਦਰ ਜਿਹੜੀਆਂ ਬੁਰੀਆਈਆਂ ਸੀ ਉਹ ਤੇ ਛੱਡੀਆਂ ਹੀ ਕੋਈ ਨਹੀਂ। ਬੁਰੀਆਈਆਂ ਛੱਡਣ ਵਾਲਾ ਹੀ ਅਸਲ ਧਰਮ ਦਾ ਚੋਲਾ ਸੀ, ਪਰ ਉਹ ਅਸੀਂ ਪਾਇਆ ਹੀ ਨਹੀਂ। ਸਾਹਿਬ ਜੀ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਤਪਾ ਆਇਆ ਨਾ, ਉਹ ਆਪਣੇ ਆਪ ਨੂੰ ਬੜਾ ਮਹਾਨ ਸਮਝਦਾ ਸੀ। ਗੁਰੂ ਰਾਮਦਾਸ ਜੀ ਨੇ ਪੂਰੇ ਸ਼ਬਦ ਵਿੱਚ ਉਹ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਨੇ। ਭਾਈ ਇਹ ਤਪਾ ਨਾ ਹੋਵੇ ਬਗਲਾ ਹੈ, ਇਹ ਤਪਾ ਨਹੀਂ ਬਗਲਾ ਹੈ। ਵੈ ਸਾਧ ਜਨਾ ਵਿਚਾਰਿਆ, ਇਹ ਗੁਰਮੁਖਾਂ ਨੇ ਬੈਠ ਕੇ ਵਿਚਾਰ ਕੀਤੀ ਹੈ। ਜਿਹਨੂੰ ਤੁਸੀਂ ਤਪਾ ਕਹਿ ਰਹੇ ਹੋ ਨਾ ਹੰਸ, ਇਹ ਹੰਸ ਕੋਈ ਨਹੀਂ ਹੈ। ਇਹ ਚਾਲ ਹੰਸ ਦੀ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਅਸਲ ਵਿੱਚ ਅੰਦਰੋਂ ਬਗਲਾ ਹੈ। ਇਹ ਬਗਲਾ ਹੈ, ਇਹਦਾ ਮਨ ਅੰਦਰੋਂ ਖੋਟਾ ਹੈ। ਇਸ ਲਈ ਸਾਹਿਬ ਕਹਿੰਦੇ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਇਸ ਕਰਮ ਕਾਂਡ ਵਿੱਚ ਪਾਇਆ, ਤੁਹਾਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਗਿਣਤੀਆਂ ਮਿਣਤੀਆਂ ਵਿੱਚ ਪਾ ਦਿੱਤਾ, ਇਹ ਉਹ ਪੌੜੀਆਂ ਨਹੀਂ ਜਿਹਦੇ ਤੇ ਚੜ੍ਹ ਕੇ ਤੁਸੀਂ 21 ਹੋ ਸਕਦੇ ਹੋ। ਉਹ ਇੱਕੋ ਹੀ ਰਸਤਾ ਹੈ, ਸਾਚ ਕਹੋ ਸੁਣ ਲਿਓ ਸਭੈ।
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਪ੍ਰੇਮ ਵਿੱਚ ਕਦੇ ਮੈਂ ਤੂੰ ਨਹੀਂ ਹੁੰਦਾ। ਜਿੱਥੇ ਪ੍ਰੇਮ ਹੋਵੇ ਨਾ ਉੱਥੇ ਨਹੀਂ ਬੰਦਾ ਕਹਿੰਦਾ ਇਹ ਮੇਰਾ ਤੇ ਇਹ ਤੇਰਾ, ਆ ਮੇਰਾ ਤੇ ਇਹ ਤੇਰਾ। ਤੇ ਜਿੱਥੇ ਮੇਰ ਤੇ ਹੋਵੇ ਉੱਥੇ ਪ੍ਰੇਮ ਨਹੀਂ ਹੁੰਦਾ, ਉੱਥੇ ਪਿਆਰ ਨਹੀਂ ਹੁੰਦਾ। ਇਸ ਲਈ ਸਾਹਿਬ ਕਹਿੰਦੇ ਆ ਜਿਹੜਾ ਤੁਸੀਂ ਰਾਹ ਚੁਣਿਆ ਨਾ, ਇਤ ਰਾਹਾ ਪਤ ਪਵੜੀਆਂ ਚੜੀਆਂ ਹੋਏ। ਕੀ ਤੁਸੀਂ ਸੋਚਦੇ ਹੋ ਵੀ ਆ ਪੌੜੀਆਂ ਚੜ੍ਹ ਕੇ ਅਸੀਂ ਪਤੀ ਪਰਮੇਸ਼ਵਰ ਵਿੱਚ 21 ਹੋ ਜਾਵਾਂਗੇ? ਨਹੀਂ, ਸਾਹਿਬ ਕਹਿੰਦੇ ਇਸ ਤਰ੍ਹਾਂ ਤੁਹਾਡਾ ਚੱਲਣਾ ਗਲਤ ਹੈ। ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈ ਰੀਸ। ਸਾਹਿਬ ਕਹਿੰਦੇ ਜੇ ਮੈਨੂੰ ਪੁੱਛੋ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਜੇ ਮੈਨੂੰ ਪੁੱਛੋ ਕੋਈ ਤੇ ਮੈਂ ਤੇ ਇਹੀ ਕਹਾਂਗਾ, ਸੁਣ ਨਾਲੇ ਨੂੰ ਸਿਹਾਰੀ ਸੁਣ ਕੇ ਗੱਲਾਂ ਆਕਾਸ਼ ਕੀ, ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੀਆਂ ਗੱਲਾਂ ਸੁਣ ਕੇ। ਕੀਟਾ ਆਈ ਰੀਸ, ਉਹ ਧਰਤੀ ਤੇ ਚੱਲਣ ਵਾਲੇ ਕੀੜੇ ਨੂੰ ਵੀ ਚਾਉ ਪੈਦਾ ਹੋ ਗਿਆ ਕਿ ਮੈਂ ਵੀ ਕਿਤੇ ਉਡਾਰੀ ਮਾਰਾਂ ਤੇ ਆਸਮਾਨ ਤੇ ਪਹੁੰਚ ਜਾ। ਪਰ ਕੀ ਉਹ ਪਹੁੰਚ ਜਾਏਗਾ? ਉਹ ਰੀਸ ਕਰਨ ਦੀ ਕੋਸ਼ਿਸ਼ ਕਰਕੇ ਚਲੋ ਥੋੜੀ ਉਚਾਈ ਤੇ ਆ ਵੀ ਜਾਏਗਾ, ਫਿਰ ਆ ਕੇ ਥੱਲੇ ਡਿੱਗੇਗਾ, ਕਿਉਂਕਿ ਉਹਨੂੰ ਅਜੇ ਆਸਮਾਨ ਦੀਆਂ ਉਡਾਰੀਆਂ ਲਾਉਣੀਆਂ ਨਹੀਂ ਆਉਂਦੀਆਂ। ਆਸਮਾਨ ਦੀਆਂ ਜਿਹੜੀਆਂ ਉਡਾਰੀਆਂ ਲਾਉਂਦੇ ਨੇ, ਭਿੰਨੇ ਰਹਿ ਨੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ RAM ਪਿਆਰੇ। ਉਹ ਤੇ ਆਸਮਾਨ ਦੀਆਂ ਉਡਾਰੀਆਂ। ਤੇ ਮੇਰੇ ਵਰਗਾ ਕੋਈ ਉੱਠ ਕੇ ਆ ਕੇ ਕਵੇ ਵੀ ਮੈਂ ਇੰਨੀ ਗਿਣਤੀ ਦੇ ਵਿੱਚ ਆ ਕਰਕੇ ਆਇਆ, ਸਾਹਿਬ ਕਹਿੰਦੇ ਰੀਸ ਤਾਂ ਕਰ ਆਇਆ ਪਰ ਉਹਦੇ ਵਰਗਾ ਨਹੀਂ ਬਣ ਸਕਿਆ। ਤੈਨੂੰ ਆਖਿਆ ਸੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਤੂੰ ਇਸ ਤਰ੍ਹਾਂ ਸਚਿਆਰ ਹੋਣਾ ਸੀ ਪਰ ਤੂੰ ਰੀਸ ਕਰਕੇ ਆ ਤੇ ਗਿਆ। ਪਰ ਚੱਲ ਆਉਣਾ ਵੀ ਮੁਬਾਰਕ ਹੈ, ਪਰ ਗੱਲ ਜਿਹੜੀ ਹੈ ਸਾਹਿਬ ਕਹਿੰਦੇ ਜਿਹੜੀ ਰੀਸ ਕੀਤੀ ਹੈ ਨਾ, ਇਹਨੂੰ ਅਮਲੀ ਜਾਮਾ ਪਹਿਨਾ। ਤੂੰ ਅਮਲ ਵੀ ਇਹਦੇ ਤੇ ਕਰਨਾ ਸਿੱਖ, ਕੱਲੀ ਰੀਸ ਕਰਨ ਨਾਲ ਕੁਝ ਨਹੀਂ ਹੋਣਾ। ਇਹ ਤੇ ਇਸ ਤਰ੍ਹਾਂ ਹੈ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਆਸਮਾਨ ਦੀਆਂ ਗੱਲਾਂ ਸੁਣ ਕੇ ਤੇ ਜਿਵੇਂ ਕੀੜੇ ਨੂੰ ਰੀਸ ਕਰਨ ਦਾ ਚਾਉ ਪੈਦਾ ਹੋ ਜਾਏ। ਜਿਨ੍ਹਾਂ ਨੇ ਵਾਕਈ ਹੁਣ ਭਗਤ ਕਬੀਰ ਸਾਹਿਬ, ਨਾਮਦੇਵ ਜੀ, ਰਵਿਦਾਸ ਜੀ ਵਰਗੇ, ਸਦਨਾ ਜੀ ਵਰਗੇ, ਧੰਨਾ ਜੀ ਵਰਗੇ, ਇਹਨਾਂ ਨੇ ਕਮਾਈਆਂ ਕੀਤੀਆਂ। ਤੇ ਮੇਰੇ ਵਰਗਾ ਉੱਠ ਕੇ ਕਵੇ ਕਿ ਮੈਂ ਵੀ ਭਗਤ ਹਾਂ। ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਰਾਮਸਰ ਦੇ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਕੋਲ ਭਗਤ ਆਏ, ਉਹ ਕਹਿੰਦੇ ਅਸੀਂ ਵੀ ਭਗਤ ਹਾਂ। ਮਾਰੇ ਕਹਿੰਦੇ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ। ਤੁਸੀਂ ਤਾਂ ਆ ਭਗਤਾਂ ਦੀਆਂ ਗੱਲਾਂ ਸੁਣ ਕੇ ਤੇ ਆ ਗਏ ਰੀਸ ਕਰਨ। ਕਬੀਰ ਸਾਹਿਬ ਬਣ ਜਾਓਗੇ? ਨਹੀਂ ਬਣ ਸਕਦੇ। ਨਾਮਦੇਵ ਬਣ ਜਾਓਗੇ? ਨਹੀਂ ਬਣ ਸਕਦੇ। ਰਵਿਦਾਸ ਜੀ ਬਣ ਜਾਓਗੇ? ਨਹੀਂ ਬਣ ਸਕਦੇ। ਇਸ ਲਈ ਤੁਸੀਂ ਸਿਰਫ ਸੁਣ ਕੇ ਉਹਨਾਂ ਵਰਗੇ ਭਗਤ ਬਣਨ ਲਈ, ਰੀਸ ਕਰਨ ਲਈ ਆਇਓ। ਇਵੇਂ ਪ੍ਰਵਾਨਗੀ ਨਹੀਂ ਮਿਲਦੀ ਹੈ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਸਾਹਿਬ ਕਹਿੰਦੇ ਜਿਹੜੇ ਹੋਰ ਪੌੜੀਆਂ ਤੇ ਚੜ ਕੇ ਧਰਮ ਦੇ ਕਰਮ ਕਰਕੇ ਰੱਬ ਨੂੰ ਪਾਉਣਾ ਚਾਹੁੰਦੇ ਨੇ, ਮੇਰੀ ਨਜ਼ਰ ਦੇ ਵਿੱਚ ਤਾਂ ਉਹ ਕੂੜੀ ਕੂੜੈ ਠੀਸ। ਉਸ ਕੁੜਿਆਰ ਦੀ ਝੂਠੀ ਗੱਲ, ਝੂਠੀਆਂ ਗੱਪਾਂ ਨੇ। ਠੀਸ ਦਾ ਅਰਥ ਹੁੰਦਾ ਗੱਪ ਮਾਰਨੀ। ਸਿਰਫ ਗੱਪਾਂ ਹੀ ਨੇ ਉਹਦੇ ਕੋਲ, ਹੈ ਕੱਖ ਵੀ ਨਹੀਂ। ਨਾ ਅੰਮ੍ਰਿਤ ਵੇਲਾ ਹੈ, ਨਾ ਨਿਤਨੇਮ ਹੈ, ਨਾ ਸੰਗਤ ਹੈ, ਨਾ ਸੇਵਾ ਹੈ, ਨਾ ਆਪਣਾ ਆਪਾ ਸਮਰਪਣ ਹੈ। ਸਿਰਫ ਰੀਸੋ ਰੀਸ ਗੱਲਾਂ ਹੀ ਨੇ। ਤੇ ਸਾਹਿਬ ਕਹਿੰਦੇ ਗੱਲਾਂ ਨਾਲ ਜੋਗ ਨਹੀਂ ਬਣਦਾ ਹੁੰਦਾ। ਗੱਲਾਂ ਨਾਲ ਤੇ ਆਪਾਂ ਆਸਮਾਨ ਤੋਂ ਤਾਰੇ ਵੀ ਤੋੜ ਲਾਂਗੇ, ਕਦੇ ਤੋੜੇ ਕਿਸੇ ਨੇ? ਗੱਲਾਂ ਨਾਲ ਨਹੀਂ। ਉੱਥੇ ਮਿਹਨਤ ਚਾਹੀਦੀ ਹੈ, ਉੱਥੇ ਉਹਦੀ ਨਜ਼ਰ ਚਾਹੀਦੀ, ਉਹਦੀ ਕਿਰਪਾ ਚਾਹੀਦੀ ਹੈ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਨਹੀਂ ਤੇ ਫਿਰ ਜਿੰਨੇ ਧਰਮੀ ਬਣ ਕੇ ਧਰਮ ਦੀਆਂ ਗੱਲਾਂ ਕਰਨ ਵਾਲੇ ਕਹਿੰਦੇ ਆ ਅਸੀਂ ਬ੍ਰਹਮ ਗਿਆਨੀ ਹੋ ਗਏ ਆ, ਅਸੀਂ ਭਗਤ ਸੰਤ ਹੋ ਗਏ ਆ, ਸਾਹਿਬ ਕਹਿੰਦੇ ਇਹ ਤਾਂ ਸਿਰਫ ਝੂਠੇ ਦੀ ਗੱਪਾਂ ਹੀ ਨੇ। ਤੇ ਗੱਪਾਂ ਦੇ ਵਿੱਚ ਬੰਦਾ ਰੱਬ ਵੀ ਬਣ ਕੇ ਬਹਿ ਜਾਂਦਾ। ਗੱਪਾਂ ਹੀ ਮਾਰਨੀਆਂ। ਕਈਆਂ ਦੀਆਂ ਗੱਪਾਂ ਛੋਟੀਆਂ ਹੁੰਦੀਆਂ, ਕਈਆਂ ਦੀਆਂ ਬਹੁਤ ਵੱਡੀਆਂ ਗੱਪਾਂ ਹੁੰਦੀਆਂ ਨੇ। ਇਸ ਲਈ ਸਾਹਿਬ ਕਹਿੰਦੇ ਮੁੱਕਦੀ ਗੱਲ ਇਹ ਹੈ, ਨਾਨਕ ਨਦਰੀ ਪਾਈ ਹੈ। ਉਹਨੂੰ ਜੇ ਪਾਇਆ ਜਾਣਾ ਤੇ ਉਹਦੀ ਨਜ਼ਰ ਨਾਲ ਪਾਇਆ ਜਾਣਾ, ਉਹਦੀ ਰਹਿਮਤ ਨਾਲ, ਉਹਦੀ ਕਿਰਪਾ ਨਾਲ ਪਾਇਆ ਜਾਣਾ। ਤੇ ਉਹਦੀ ਨਜ਼ਰ ਕਿਰਪਾ ਕਿਹਦੇ ਤੇ ਹੋਏਗੀ? ਜਿਹੜਾ ਉਹਦੇ ਨਾਲ ਸੱਚੀ ਭਾਵਨਾ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ, ਭਰੋਸੇ ਨਾਲ ਆ ਕੇ ਜੁੜ ਜਾਏਗਾ। ਜਿਹੜਾ ਆ ਕੇ ਆਪਣਾ ਆਪਾ ਸਮਰਪਣ ਕਰ ਦੇਵੇਗਾ, ਫਿਰ ਉਹਦੀ ਨਜ਼ਰ ਉਹਦੇ ਤੇ ਹੋਏਗੀ।
ਤਾਂ ਜਾ ਕੇ ਫਿਰ ਉਹ ਅਕਾਲ ਪੁਰਖ ਪਰਮੇਸ਼ਵਰ ਵਿੱਚ ਲੀਨ ਹੋ ਸਕਦਾ ਹੈ। ਵਾਹਿਗੁਰੂ ਮਿਹਰ ਕਰਨ, ਆਪਾਂ ਦੁਬਿਧਾ ਵਿੱਚੋਂ ਨਿਕਲੀਏ, ਵਹਿਮ ਭਰਮ ਚੋਂ ਨਿਕਲੀਏ, ਕਰਮ ਕਾਂਡ ਚੋਂ ਨਿਕਲੀਏ, ਸਭ ਤੋਂ ਵੱਧ ਕੀ ਗਿਣਤੀਆਂ ਚੋਂ ਨਿਕਲੀਏ। ਗੁਰਬਾਣੀ ਨੂੰ ਗਿਣਤੀਆਂ ਵਿੱਚ ਨਾ ਆਪਾਂ ਬੰਦ ਕਰੀਏ, ਇਹਨਾਂ ਗਿਣਤੀਆਂ ਚੋਂ ਨਿਕਲੋ। ਅਰਦਾਸ ਕਰੋ ਕਿ ਹਰ ਸਾਹ ਪਰਮੇਸ਼ਵਰ ਦੇ ਨਾਮ ਨਾਲ ਜੁੜ ਜਾਏ। ਹਰ ਦਮ 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 ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਅੰਦਰ ਨਾਮ ਸਿਮਰਨ ਜਿਹੜਾ ਉਹ ਜਾਪ ਅਜੱਪਾਂ ਜਾਪ ਬਣ ਜਾਏ ਸਾਡਾ। ਇਹ ਅਰਦਾਸ ਕਰੋ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ, ਦਿਨ ਰਾਤ ਨਾਨਕ ਚਾਉ ਇਹੋ। ਅਸੀਂ ਕੋਈ ਸੁਹਾਗਣ ਵਾਲਾ ਸ਼ਿੰਗਾਰ ਬਣਾ ਕੇ ਰੀਸ ਕਰਨ ਨਹੀਂ ਆਏ ਹਾਂ, ਅਸੀਂ ਦਿਲੋਂ ਕਹਿਣ ਆਏ ਹਾਂ, ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ ਵਾਰੀ। ਕਿਉਂਕਿ ਅਸੀਂ ਆਪਣੀ ਵਾਰੀ ਤਾਂ ਸੁਹਾਗਣ ਬਣ ਕੇ ਆ ਗਏ ਹਾਂ, ਪਰ ਜਿੰਨਾ ਚਿਰ ਨਜ਼ਰ ਨਹੀਂ ਹੋਣੀ ਉਹਨਾਂ ਚਿਰ ਸੁਹਾਗਣ ਅੰਦਰੋਂ ਨਹੀਂ ਬਣਿਆ ਜਾਣਾ। ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ। ਇਸ ਲਈ ਮਹਾਰਾਜ ਜੀ ਅਸੀਂ ਕੋਈ ਗੱਪਾਂ ਨਹੀਂ ਮਾਰਨੀਆਂ ਜਾ ਕੇ ਬਾਹਰ ਕਿ ਮੈਂ ਤੇ ਸੁਹਾਗਣ ਹਾਂ, ਮੈਨੂੰ ਉਸ ਸੁਹਾਗ ਦੀਆਂ ਬੜੀਆਂ ਖੁਸ਼ੀਆਂ ਮਿਲੀਆਂ। ਨਹੀਂ, ਮੈਂ ਰੀਸ ਕਰਨ ਨਹੀਂ, ਮੈਂ ਕਮਾਈ ਕਰਕੇ ਭਾਵਨਾ ਨਾਲ ਤੁਹਾਡੀ ਨਜ਼ਰ ਲੈ ਕੇ ਆਪਣਾ ਜੀਵਨ ਲੇਖੇ ਵਿੱਚ ਲਾਉਣ ਵਾਸਤੇ ਆਇਆ ਹਾਂ। ਅਸੀਂ ਆਤਮਿਕ ਤਲ ਉੱਤੇ ਇਹ ਬੇਨਤੀ ਕਰਨੀ ਹੈ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਕਰਮਹੀਣ ਧਨ ਕਰੈ ਬੇਨੰਤੀ, ਕਰਮਹੀਣ ਧਨ ਕਰੈ ਬੇਨੰਤੀ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਨਾਨਕ ਸਭ ਸੁਹਾਗਣ ਮਾਣੈ ਰਲੀਆਂ, ਸਭ ਸੁਹਾਗਣ ਮਾਣੈ ਰਲੀਆਂ। ਇੱਕ ਦੇਵ ਰਾਤ ਮੁਰਾਰੀ, ਇੱਕ ਦੇਵ ਰਾਤ ਮੁਰਾਰੀ, ਇੱਕ ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਨਾਨਕ ਇਹ ਅਰਦਾਸ ਹੈ ਸਾਡੀ। ਅਸੀਂ ਭਾਵਨਾ ਨਾਲ ਆਪਣਾ ਆਪਾ ਸਮਰਪਣ ਕਰਕੇ ਮਾਲਕ ਦੀ ਨਜ਼ਰ ਲੈ ਕੇ ਲੋਕ ਸੁਖੀਏ ਔਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਲਾ ਜੀਵਨ ਬਣਾ ਸਕੀਏ। ਚਾਓ ਪੈਦਾ ਕਰੋ, ਪਰ ਇਹ ਨਹੀਂ ਕਿ ਉਹਨੇ 4 ਕੀਤੇ ਆ ਤੇ ਮੈਂ ਵੀ 4 ਜਾਂ 5 ਹੀ ਕਰਨੇ ਆ। ਤੁਸੀਂ ਇੱਕ ਵੀ ਪਾਠ ਗੁਰਬਾਣੀ ਦਾ ਇੱਕ ਸ਼ਬਦ ਵੀ ਲੈ ਕੇ ਉਹਦਾ ਅਭਿਆਸ ਕਰੋ, ਪਰ ਕਰੋ ਪਿਆਰ ਨਾਲ। ਇੱਕ ਇੱਕ ਪੰਕਤੀ ਦੀ ਸਮਝ ਆਵੇ, ਇੱਕ ਇੱਕ ਅੱਖਰ ਦੀ ਸਮਝ ਆਵੇ। ਗੁਰੂ ਨਾਨਕ ਸਾਹਿਬ ਕਹਿੰਦੇ, ਪਾਂਦਾ ਜੀ ਤੁਸੀਂ ਪੜ੍ਹਾ ਤੇ ਰਹੇ ਹੋ, ਸਾਰੇ ਬੱਚਿਆਂ ਨੂੰ ਪੜ੍ਹਾ ਰਹੇ ਹੋ, ਪਰ ਮੈਂ ਤਾਂ ਅੱਗੇ ਚੱਲਣਾ ਜੇ ਪਹਿਲਾਂ ਇੱਕ ਅੱਖਰ ਮੈਨੂੰ ਸਮਝਾਓਗੇ ਤਾਂ ਮੈਂ ਅੱਗੇ ਤੁਰ। ਜਿੰਨਾ ਚਿਰ ਸਾਨੂੰ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਸਮਝ ਨਹੀਂ ਆਏਗੀ, ਉਹਨਾਂ ਚਿਰ ਅੱਗੇ ਵਧਣਾ ਸਾਡੇ ਲਈ ਔਖਾ ਹੈ, ਮੁਸ਼ਕਲ ਹੈ। ਇੱਕ ਪੌੜੀ ਨੂੰ ਚੜ੍ਹ ਕੇ ਅਸੀਂ ਮੁਕਾਮ ਤੇ ਪਹੁੰਚਣਾ, ਪਰ ਪਿਆਰ ਨਾਲ, ਸ਼ਰਧਾ ਨਾਲ, ਸਤਿਕਾਰ ਨਾਲ, ਅਦਬ ਨਾਲ ਅਸੀਂ ਗੁਰਬਾਣੀ ਨਾਲ ਜੁੜੀਏ। ਤੇ ਸਾਡਾ ਆ ਗੁਰਬਾਣੀ ਨਾਲ ਜੁੜਿਆ, ਭਾਵੇਂ ਉਹ ਪਾਠ ਹੈ, ਕੀਰਤਨ ਹੈ, ਕਥਾ ਹੈ, ਤਾਂ ਸਾਡਾ ਜੁੜਿਆ ਮੁਬਾਰਕ ਹੋ ਜਾਏਗਾ। ਸਭਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ, ਬਾਣੇ ਬਾਣੀ ਦੇ ਧਾਰਨੀ ਬਣਾਉਣ। ਇਸ ਅਸਥਾਨ ਤੇ ਜਿੱਥੇ ਆਪ ਜੀ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰਦੇ ਹੋ, ਮਹੀਨੇ ਦੇ ਪਹਿਲੇ ਐਤਵਾਰ ਅੱਜ ਅੰਮ੍ਰਿਤ ਸੰਚਾਰ 10 ਵਜੇ ਜਿਹੜਾ ਉਹ ਹੋਣਾ ਹੈ। ਖੰਡੇ ਬਾਟੇ ਦੀ ਪਹੁਲ ਜਿਹੜੀ ਆ ਉਹ ਦਿੱਤੀ ਜਾਣੀ ਹੈ। ਜਿਹੜੇ ਅੰਮ੍ਰਿਤ ਦੇ ਅਵਲਾਖੀ ਨੇ ਉਹਨਾਂ ਨੂੰ ਬੇਨਤੀ ਕਿ 10 ਵਜੇ ਕੇਸਰੀ ਇਸ਼ਨਾਨ ਕਰਕੇ ਕਕਾਰ ਤਨ ਤੇ ਸਜਾ ਕੇ ਆਪ ਜੀ ਨੇ ਪਹੁੰਚਣਾ। ਔਰ ਜਿਨ੍ਹਾਂ ਦੇ ਹਜੇ ਮਨ ਰਾਜੀ ਨਹੀਂ ਹੋਏ ਉਹ ਅਰਦਾਸ ਕਰੋ, ਅਜੇ ਸਮਾਂ ਹੈ, ਕੁਛ ਨਹੀਂ ਵਿਗੜਿਆ।
ਅਰਦਾਸ ਕਰੋ ਗੁਰੂ ਕੇ ਸਿੰਘ ਸਜੋ। ਕੰਡੇ ਦੀ ਪੌਲ ਲੈ ਕੇ ਬਾਣੀ ਬਾਣੀ ਦੇ ਧਾਰਨੀ ਬਣ ਕੇ ਆਪਣਾ ਜਨਮ ਜਿਹੜਾ ਉਹ ਅਸੀਂ ਲੇਖੇ ਵਿੱਚ ਲਾਈਏ। ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।